ਆਪਣੇ ओरिजिनल स्वरूप ਨੂੰ ਸਮ੍ਰਿਤੀ ਵਿੱਚ ਰੱਖੋ ਕਿ ਮੈਂ ਕੌਣ ਆ, ਕਿਸ ਨੂੰ ਬਿਲੋਂਗ ਕਰਦੀ ਆ ਤੇ ਕੌਣ ਇਸ ਵੇਲੇ ਸਾਡਾ ਸਾਥੀ ਬਣਿਆ। ਜਿੰਨਾ ਇਹ ਸਮ੍ਰਿਤੀ ਰਹਿੰਦੀ ਤੇ ਬਾਬਾ ਦੇ ਨਾਲ ਸਾਥ ਦੇ ਨਾਲ ਸਾਨੂੰ ਹੋਏ ਅਨੁਭਵ ਸਮਾਨਾਂ ਨੂੰ ਸਮ੍ਰਿਤੀ ਵਿੱਚ ਰੱਖਦੇ, ਅਸੀਂ ਸਦਾ ਹੀ ਮਨਮਨਾ ਭਾਵ ਇਸ ਮਨੋਰੰਜਨ ਦੇ ਵਿੱਚ ਰਹਿੰਦੇ, ਕੋਈ ਵੀ ਬਾਤ ਪਰਿਸਥਿਤੀ ਦੇ ਅਧੀਨ ਨਹੀਂ ਹੁੰਦੇ। ਸਦਾ ਸਾਡੀਆਂ ਸ਼ਕਤੀਆਂ ਜਾਗਰਤ ਰਹਿੰਦੀਆਂ ਤੇ ਬਾਬਾ ਦੇ ਸਾਥ ਦੇ ਨਾਲ ਹਰ ਬਾਤ ਨੂੰ ਸਹਿਜਤਾ ਦੇ ਨਾਲ ਪਾਰ ਕਰਦੇ। ਇਸੇ ਸਮੇਂ ਅਸੀਂ ਬਾਬਾ ਦੀ ਸ਼੍ਰੀਮਤ ਤੇ ਚੱਲ ਕੇ ਬਾਬਾ ਤੋਂ ਪੂਰਾ ਵਰਸਾ ਲੈ ਰਹੇ ਹਾਂ ਤੇ ਸਾਡਾ ਮਨ ਬੁੱਧੀ ਦਾ ਸੱਚਾ ਲਾਭ ਸੱਚੇ ਪਿਤਾ ਦੇ ਨਾਲ ਹੋ ਗਿਆ, ਕਿਉਂਕਿ ਜੋ ਸੁੱਖ ਸਾਨੂੰ ਪਿਤਾ ਤੋਂ ਮਿਲ ਰਹੇ ਆ ਉਹ ਸੰਸਾਰ ਵਿੱਚ ਹੋਰ ਕਿਸੇ ਤੋਂ ਵੀ ਮਿਲ ਨਹੀਂ ਸਕਦੇ। ਮਨ ਬੁੱਧੀ ਨਾਲ ਉੜ ਚੱਲਦੇ ਉੱਪਰ ਦੀ ओर ਇਸ ਪੰਜ ਤੱਤਾਂ ਦੀ ਦੁਨੀਆ ਤੋਂ ਪਾਰ, ਆਵਾਜ਼ ਦੀ ਦੁਨੀਆ ਤੋਂ ਦੂਰ, ਸੂਰਜ ਚਾਂਦ ਤਾਰਾਗਣ ਨੂੰ ਵੀ ਕ੍ਰੋਸ ਕਰਦੇ ਉਸ ਲਾਲ ਸੁਨਹਿਰੇ ਪ੍ਰਕਾਸ਼ ਦੀ ਦੁਨੀਆ ਦੇ ਅੰਦਰ, ਜਿੱਥੇ ਚਾਰੋਂ ओर ਸ਼ਾਂਤੀ ਆ। ਸਾਹਮਣੇ ਦੇਖਦੇ ਮਹਾਨ ਜੋਤੀ, ਪਰਮ ਜੋਤੀ, ਆਲਮਾਈਟੀ ਅਥਾਰਟੀ, ਖੰਡੋਂ ਬ੍ਰਹਮੰਡਾਂ ਦਾ ਮਾਲਕ, ਉਹ ਸਾਡਾ ਪਿਤਾ ਆ। ਸਤ ਸੁਪਰੀਮ ਬਾਪ, ਸਤ ਸੁਪਰੀਮ ਟੀਚਰ, ਸਤ ਸੁਪਰੀਮ ਸਤਿਗੁਰੂ, ਇੱਕ ਨੂੰ ਯਾਦ ਕਰਨੇ ਨਾਲ ਇਹ ਤਿੰਨੋਂ ਖਜ਼ਾਨੇ ਸਾਨੂੰ ਪ੍ਰਾਪਤ ਹੋ ਰਹੇ ਆ। ਪਦਮਾ ਪਦਮ ਭਾਗਿਆਸ਼ਾਲੀ ਆਤਮਾਵਾਂ, ਸਾਰੇ ਦਿਨ ਵਿੱਚ ਕੋਈ ਵੀ ਬਾਤ ਆਈ ਹੋਵੇ, ਬੋਝ ਆਇਆ ਹੋਵੇ, ਆਪਣੇ ਪਿਤਾ ਨੂੰ ਸੁਣਾ ਕੇ ਹਲਕੇ ਹੋ ਜਾਂਦੇ ਤੇ ਬਾਬਾ ਸਾਨੂੰ ਆਪਣੇ ਗੁਣਾ ਸ਼ਕਤੀਆਂ ਦੇ ਨਾਲ ਸਰਵ ਖਜ਼ਾਨਿਆਂ ਦੇ ਨਾਲ ਭਰਪੂਰ ਕਰਦੇ। ਬਾਬਾ ਤੋਂ ਆਗਿਆ ਲੈਂਦੇ ਅੱਜ ਦਾ ਸੈਸ਼ਨ ਸ਼ੁਰੂ ਕਰਨੇ ਦੀ ਤੇ ਵਾਪਸ ਆਉਂਦੇ ਵਿਸ਼ਵ ਦੀਆਂ ਸਾਰੀਆਂ ਆਤਮਾਵਾਂ ਨੂੰ ਪ੍ਰੇਮ, ਸੁਖ, ਸ਼ਾਂਤੀ, ਸ਼ਕਤੀ ਦੀਆਂ ਕਿਰਨਾਂ ਦਿੰਦੇ ਵਾਪਸ ਆ ਜਾਂਦੇ। ਆਪਣੇ ਸਰੀਰ ਰੂਪੀ ਵਸਤਰ ਨੂੰ ਮੈਂ ਆਤਮਾ ਪਹਿਨ ਲੈਂਦੀ, ਬ੍ਰਿਕੁਟੀ ਦੇ ਮੱਧਿਆ ਬਿਰਾਜਮਾਨ ਮੈਂ ਚਮਕਦੀ ਹੋਈ ਮਣੀ ਹੀਰਾ ਆਤਮਾ ਹਾਂ, ਫਲੌਲਸ ਹੀਰਾ। ਮੈਂ ਮਸਤਕ ਮਣੀ ਪਰਮਾਤਮਾ ਪਿਤਾ ਦਾ ਬੱਚਾ, ਗੋਡਲੀ ਸਟੂਡੈਂਟ ਆ ਤੇ ਸਾਨੂੰ ਪੜਾਉਣ ਵਾਲਾ ਵੀ ਊਂਚ ਤੇ ਊਂਚ ਨਿਰਾਕਾਰ, ਜੋ ਫਿਜ਼ੀਕਲ ਅੱਖਾਂ ਨਾਲ ਦਿਖਾਈ ਨਹੀਂ ਦਿੰਦਾ ਪਰ ਸਾਨੂੰ ਵਰਸਾ ਐਸਾ ਦਿੰਦਾ ਜੋ ਜਨਮ ਜਨਮਾਂਤਰ ਸਾਡੇ ਨਾਲ ਚੱਲਦਾ। ਇਸ ਅਵੇਅਰਨੈਸ ਦੇ ਵਿੱਚ ਬੈਠ ਕੇ ਬਾਬਾ ਦੇ ਅੱਜ ਦੇ ਮਹਾਵਾਕਿਆ ਸੁਣਦੇ। ਓਮ ਸ਼ਾਂਤੀ। ਅੱਜ ਆ 17 ਨਵੰਬਰ 2022, प्रातः मुरली। ओम शांति। बाप दादा मधुबन। मीठे बाबा बोले, मीठे बच्चे, तुम्हें जितना बाबा कहने से सुख फील होता है उतना भक्तों को भगवान व ईश्वर कहने से नहीं फील हो सकता। बाबा किया साडा पिता आ ना, संबंध जुट गया। ਜਦੋਂ ਬਾਬਾ ਕਹਿੰਦੇ ਉਹਨੂੰ ਆਪਾਂ ਈਸ਼ਵਰ, ਅੱਲਾ, ਗੋਡ ਕਹਿੰਦੇ ਆ, ਏਦਾਂ ਲੱਗਦਾ ਕੋਈ ਬਹੁਤ ਦੂਰ ਦੀ ਚੀਜ਼ ਆ ਜਿਹਨੂੰ ਅਸੀਂ ਪਾ ਨਹੀਂ ਸਕਦੇ। ਤੇ ਫਿਰ ਕੀ ਆ, ਉਹਦੇ ਨਾਲ ਕਨੈਕਸ਼ਨ ਦਾ ਉਹ ਫੀਲਿੰਗ ਨਹੀਂ ਆਉਂਦੀ, ਆਪਣਾਪਨ ਨਹੀਂ ਆਉਂਦਾ। ਤੇ ਜਦੋਂ ਆਪਾਂ ਈਸ਼ਵਰ, ਗੋਡ, ਅੱਲਾ, ਵਾਹਿਗੁਰੂ ਕਹਿੰਦੇ ਆ, ਉਸ ਵੇਲੇ ਕੀ ਆ, ਆਪਣੇ ਆਪ ਨੂੰ ਭਿਖਾਰੀ ਫੀਲ ਕਰਦੇ ਕਿ ਅਸੀਂ ਉਹ ਤੋਂ ਮੰਗ ਰਹੇ ਆ, ਹੈਨਾ। ਤੇ ਜਦੋਂ ਬਾਬਾ ਕਹਿੰਦੇ ਆ ਹੀ ਅਧਿਕਾਰ ਆ ਜਾਂਦਾ ਕਿ ਬਾਬਾ ਮੇਰਾ ਆ। ਬਾਬਾ ਆਪਾਂ ਕਿਉਂ ਬਾਬਾ ਕਹਿੰਦੇ ਆ? ਬਾਬਾ ਕਹਿੰਦੇ ਹੁੰਦੇ, ਬਾਬਾ ਕਹਿੰਦੇ ਮੁੱਖ ਭਰ ਜਾਂਦਾ ਕਿ ਬਾਬਾ ਸਾਨੂੰ ਖਜ਼ਾਨੇ ਹੀ ਨਹੀਂ ਦਿੰਦਾ। ਬਾਬਾ ਕਹਿੰਦੇ ਹੁੰਦੇ ਕੋਈ ਬੱਚਾ ਆ ਜਦੋਂ ਜਨਮਦਾ ਆ, ਜੋ ਉਹਦੇ ਬਾਪ ਦਾ ਵਰਸਾ ਆ, ਜੋ ਉਹਦੀ ਪ੍ਰਾਪਰਟੀ ਆ, ਉਸੇ ਵੇਲੇ ਉਹਦੇ ਵਰਸੇ ਦਾ ਅਧਿਕਾਰੀ ਬਣ ਜਾਂਦਾ। ਤੇ ਆਪਾਂ ਵੀ ਜਦੋਂ ਨਿਰਾਕਾਰ ਨੂੰ ਬਾਬਾ ਕਹਿੰਦੇ ਆ, ਜੋ ਬਾਬਾ ਦੇ ਖਜ਼ਾਨੇ ਆ, ਆਪਾਂ ਉਹਦੇ ਅਧਿਕਾਰੀ ਬਣ ਜਾਂਦੇ। ਸਾਰੀ ਸੋਚ ਆ ਨਾ ਕਿ ਸਾਡੀ ਸੋਚ ਕਿੱਧਰ ਨੂੰ ਚੱਲਦੀ ਆ, ਸਾਡੀ ਅਵੇਅਰਨੈਸ ਕੀ ਆ, ਇਹੀ ਤਾਂ ਗਿਆਨ ਆ, ਇਹੀ ਲਾਈਟ ਆ, ਸੁਝਰਾ ਆ ਕਿ ਸਾਨੂੰ ਸਮ੍ਰਿਤੀ ਆ ਗਈ, ਅਸੀਂ ਕਿਹਨੂੰ ਬਿਲੋਂਗ ਕਰਦੇ ਆ ਤੇ ਜਿਹਨੂੰ ਬਿਲੋਂਗ ਕਰਦੇ, ਜੋ ਉਹਦੇ ਗੁਣ ਸ਼ਕਤੀਆਂ, ਜੋ ਉਹਦੇ ਸੰਸਕਾਰ ਆ, ਉਹੋ ਹੀ ਸਾਡੇ ਸੰਸਕਾਰ ਆ। ਜੋ ਆਤਮਾ ਬਾਹਰ ਲੱਭਦੇ ਫਿਰਦੇ ਆ, ਕਿਉਂ ਲੱਭਦੇ ਆ? ਕਰਕੇ ਅੰਦਰੋਂ ਡਿਸਕਨੈਕਟਡ ਆ, ਖਾਲੀ ਹੋਈ ਉਹ ਆਤਮਾ। ਬਾਬਾ ਆਣ ਕੇ ਸਾਡੀ ਚਾਰਜਿੰਗ ਕਰਨੇ ਲਈ ਸਾਨੂੰ ਕਿੰਨੇ ਸੋਹਣੇ ਸੰਬੰਧਾਂ ਦਾ ਇਹ कनेक्शन ਦਿੰਦੇ ਆ। आज ਦਾ ਪ੍ਰਸ਼ਨ ਆ, बाबा कहते लोभ के वश लौकिक बच्चों की भावना क्या होती जो तुम्हारी नहीं हो सकती। उत्तरिया,
लौकिक बच्चे जो लोभी होते वह सोचते हैं कि कब बाप मरे तो प्रॉपर्टी के हम मालिक बने। तुम बच्चे बेहद के बाप के प्रति ऐसा कभी सोच ही नहीं सकते, क्योंकि बाप तो है ही अशरीरी। यहाँ तुमको अविनाशी बाप से अविनाशी वर्षा मिलता है। लौकिक ਵਿੱਚ ਕਿ ਜਦੋਂ ਬਾਪ ਸਰੀਰ ਛੱਡਦਾ ਫਿਰ ਬੱਚੇ ਨੂੰ ਪ੍ਰਾਪਰਟੀ ਮਿਲਦੀ। ਬਾਬਾ ਕਹਿੰਦੇ ਇੱਥੇ ਇਦਾਂ ਦੀ ਕੋਈ ਗੱਲ ਨਹੀਂ। ਬਾਬਾ ਵੀ ਨਿਰਾਕਾਰ ਤੇ ਉਹਦਾ ਵਰਸਾ ਵੀ ਗੁਪਤ ਆ, ਹਨਾ? ਤੇ ਬਾਬਾ ਸਾਨੂੰ ਜੀਂਦੇ ਜੀ ਕਿੰਨਾ ਸਾਰਾ ਖਜ਼ਾਨਾ ਦਿੰਦੇ। ਅੱਜ ਦਾ ਗੀਤ ਆ ਮੁਖੜਾ ਦੇਖ ਲੈ ਪ੍ਰਾਣੀ ਜਰਾ ਦਰਪਣ ਮੇ ਕਿਤਨਾ ਪਾਪ ਕਿਤਨਾ ਪੁੰਨਿਆ ਭਰਾ, ਨਾ? ਆਪਾਂ ਕਾਦੇ ਵਿੱਚ ਆਪਣਾ ਮੁਖੜਾ ਦੇਖਦੇ ਆ? ਆਤਮਾ ਆਪਣਾ ਦਰਸ਼ਨ ਕਰਦੀ ਆ ਗਿਆਨ ਦੇ ਦਰਪਣ ਦੇ ਵਿੱਚ। ਗਿਆਨ ਵਿੱਚ ਬਾਬਾ ਆਪਾਂ ਨੂੰ ਰੋਜ਼-ਰੋਜ਼ ਦੱਸਦੇ ਬੱਚੇ ਤੁਸੀਂ ਆਹ ਆ, ਤੁਸੀਂ ਆਹ ਆ, ਤੁਸੀਂ ਪਿਓਰ ਆ। ਬਾਬਾ ਆਪਾਂ ਨੂੰ ਜਗਾਉਂਦੇ ਆ ਅਗਿਆਨਤਾ ਦੀ ਨੀਂਦ ਤੋਂ, ਹਨਾ? ਫਿਰ ਆਪਾਂ ਉਹ ਜਦੋਂ ਗਿਆਨ ਸੁਣਦੇ ਆ ਕਿ ਮੈਂ ਆਤਮਾ ਤਾਂ ਇੰਨੀ ਪਿਓਰ ਆ, ਸ਼ਕਤੀਸ਼ਾਲੀ ਆ, ਹੁਣ ਅਸੀਂ ਕੀ ਬਣ ਗਏ? ਸਾਨੂੰ ਯਾਦ ਆਉਂਦਾ। ਫਿਰ ਕੀ ਆ? ਉਹ ਗੁਣ ਸ਼ਕਤੀਆਂ ਸਾਡੇ ਅੰਦਰ ਇਮਰਜ ਹੁੰਦੇ। बाबा कहते ओम शांति। जब दो बारी कहें तो एक बाबा कहते हैं, एक दादा कहते हैं। ਹੁਣ ਸਾਰਿਆਂ ਨੂੰ ਪਤਾ ਨਾ ਆਪਾਂ ਗਿਆਨ ਕਿੱਦਾਂ ਸੁਣ ਰਹੇ ਆ। ਆਪਾਂ ਰੋਜ਼-ਰੋਜ਼ ਕਹਿੰਦੇ ਬਾਪ ਦਾਦਾ ਤੇ ਜੋ ਗੁਰਬਾਣੀ ਪੜ੍ਹਦੇ ਉਹਨਾਂ ਨੂੰ ਪਤਾ ਹੋਣਾ ਆਪਾਂ ਕਹਿੰਦੇ ਬਾਪ ਦਾਦਾ ਕਾ ਖੋਲ ਡਿੱਠਾ ਖਜ਼ਾਨਾ। ਕਿਹੜਾ ਖਜ਼ਾਨਾ ਆ? ਇਸ ਵੇਲੇ ਜੋ ਆਪਾਂ ਭਰ ਰਹੇ ਆ। ਬਾਬਾ ਕਹਿੰਦੇ ਆ ਸ਼ਿਵ ਬਾਬਾ ਨੂੰ ਤੇ ਦਾਦਾ ਕਹਿੰਦੇ ਆ ਬ੍ਰਹਮਾ ਬਾਪ ਨੂੰ। ਕਿ ਸਿੰਧੀ ਦੇ ਵਿੱਚ ਵੱਡੇ ਭਰਾ ਨੂੰ ਦਾਦਾ ਕਹਿੰਦੇ। ਫਿਰ ਦੂਜਾ ਸੰਬੰਧ ਕੀ ਆ? ਕਿ ਪ੍ਰਜਾਪਿਤਾ ਬ੍ਰਹਮਾ ਕਹਿੰਦੇ ਨਾ ਕਿ ਬਾਬਾ ਨੇ ਆਣ ਕੇ ਅਡਾਪਟ ਕੀਤਾ, ਫਿਰ ਆਪਾਂ ਬ੍ਰਹਮਾ ਮੁਖ ਵੰਸ਼ਾਵਲੀ ਆ। ਇਸ ਹਿਸਾਬ ਨਾਲ ਬ੍ਰਹਮਾ ਬਾਬਾ ਸਾਡਾ ਪਿਤਾ ਹੋ ਗਿਆ ਤੇ शिव बाबा ग्रैंडफादर हो गया। बाबा कहते एक को आत्मा दूसरे को परमात्मा कहा जाता है, अर्थात परम धाम में निवास करने वाले हैं, इसलिए उनको परमात्मा कहा जाता है। अब आत्मा और परमात्मा का संबंध क्या है? एक बाप और अनेक बच्चे हैं। ਆਪਾਂ ਅੱਜ ਤੱਕ ਕਹਿੰਦੇ ਆਏ परमात्मा परमात्मा, हना? पर कदी ਇਹ ਅਵੇਅਰਨੈਸ ਨਹੀਂ ਆਈ ਕਿ ਮੈਂ ਜੇ ਆਤਮਾ ਆ ਉਹ ਪਰਮਾਤਮਾ ਆ, ਮੇਰਾ ਉਹਦੇ ਨਾਲ ਬਾਪ ਤੇ ਬੱਚੇ ਦਾ ਸੰਬੰਧ ਆ। ਭਾਵੇਂ ਆਪਾਂ ਕਹਿੰਦੇ ਆ ਮਾਤ ਪਿਤਾ ਬੰਧੂ ਸਖਾ, ਪਰ ਕਦੀ ਇਹ ਅਵੇਅਰਨੈਸ नहीं आई कि तो ਸਾਨੂੰ वर्षा मिलना। मनुष्य जब पुकारते हैं तो अंग्रेजी में भी कहते हैं ओ गॉड फादर, तो पिता हुआ ना। सिर्फ परमात्मा व प्रभु ईश्वर आदि कहने से इतना मजा नहीं आता, बाप कहने से सुख मिलता है। बाप कहण नाल की आ साडी उहदे नाल रूह रिहान हो गई, साडा कनैक्शन जुट गया। जदों सर्वव्यापी कहने आ फिर ना अपना, फिर की आ फिर बाबा कहंदे ने कनैक्शन किहदे नाल लाउणा? जिथे संबंध आ उत्थे अधिकार आ, उत्थों प्राप्तियां आ, उत्थों सुख आ। ਆਪਾਂ ਸੰਸਾਰ ਵਿੱਚ ਵੀ ਰਹਿੰਦੇ ਆ, ਆਪਾਂ ਨੂੰ ਸੰਬੰਧਾਂ ਦਾ ਸੁੱਖ ਫੀਲ ਹੁੰਦਾ ਨਾ। ਉਹ ਕਹਿੰਦੇ ਸਾਡੇ ਮਾਂ-ਬਾਪ ਆ, ਸਾਡੇ ਭੈਣ ਭਰਾ ਆ, ਸੁੱਖ ਫੀਲ ਹੁੰਦਾ ਨਾ ਸੰਬੰਧਾਂ ਦਾ ਕਿ ਮੇਰੇ ਆ। बाबा कहते परलौकिक बाप है ही सुख देने वाला, तब तो भक्ति मार्ग में इतना याद करते हैं। गॉड फादर अर्थात वह हमारा पिता है। ये भी कहते हैं हम सब ब्रदर्स हैं, ब्रदरहुड कहते हैं। ये भारतवासी जब कहते हैं हम सब भाई भाई हैं, तो आत्मा की तरफ ध्यान नहीं जाता, देह अभिमान में चले जाते हैं। ये समझते नहीं कि हम आत्माएं आपस में भाई भाई हैं, हम सबका बाप एक है। देखो बाबा ही ਆਪਾਂ ਕਹਿੰਦੇ ਆਏ तो मात पिता हम बालक तेरे, पर कोई ये नहीं कहता जे ਉਹ मात पिता आ ਤਾਂ ਅਸੀਂ ਸਾਰੇ ਆਪਸ ਵਿੱਚ ਕੀ ਹੋ ਗਏ? ਭਾਈ ਭਾਈ ਹੋ ਗਏ, ਹੈ ਨਾ? ਕਿਉਂਕਿ ਬੋਡੀ ਕੌਨਸ਼ੀਅਸ ਆ, ਸਾਰਿਆਂ ਨੂੰ ਬੋਡੀ ਦੇ ਲੈਵਲ ਤੇ ਦੇਖਦੇ ਆ। ਇਹ ਜਿਹੜੇ ਆਪਣੇ ਦੇਹ ਦੇ ਸੰਬੰਧ ਬਣੇ ਹੋਏ ਆ, ਡਿਸਪਲਿਨ ਲਈ ਬਣੇ ਹੋਏ ਆ ਕਿ ਹਰ ਸੰਬੰਧ ਦਾ ਇੱਕ ਰਿਸਪੈਕਟ ਆ, ਰਿਗਾਰਡ ਆ, ਹਨਾ? ਪਰ ਬਾਬਾ ਆਣ ਕੇ ਆਪਾਂ ਨੂੰ ਸਮਝ ਦਿੰਦੇ ਆ ਕਿ ਤੁਸੀਂ ਆਤਮਾ, ਨਿਰਾਕਾਰ ਸ਼ਿਵ ਬਾਬਾ ਸਾਡਾ ਪਿਤਾ, ਸਾਰੀਆਂ ਆਤਮਾਵਾਂ ਦਾ ਆਪਸ ਵਿੱਚ ਸੰਬੰਧ ਆ ਭਾਈ ਭਾਈ ਦਾ। ਤੇ ਜਦੋਂ ਆਪਾਂ ਸਰੀਰਾਂ ਵਿੱਚ ਆ ਫਿਰ ਕੀ ਸੰਬੰਧ ਆ? ਬਹਿਨ ਭਾਈ ਦਾ। बाबा कहते अगर परमात्मा सर्वव्यापी होता तो भाई भाई नहीं कहते, आत्मा ही समझकर भाई भाई कहते हैं। अभी तुम बच्चे बाप के सन्मुख बैठे हो और बाप तुमको पढ़ाते हैं। जे बाप पढ़ाਉਂਦਾ ਆ, लौकिक ਵਿੱਚ ਵੀ ਕੋਈ
ਪਿਤਾ ਟੀਚਰ ਹੋਵੇ, ਉਹ ਆਪਣੇ ਬੱਚੇ ਦੀ ਥੋੜੀ ਤਾਂ ਫੇਵਰ ਕਰਦਾ ਨਾ। ਬੱਚੇ ਨੂੰ ਵੀ ਨਸ਼ਾ ਹੁੰਦਾ ਕਿ ਮੇਰਾ ਬਾਪ ਹੀ ਮੇਰਾ ਟੀਚਰ ਆ। ਤਾਂ ਕਰਕੇ ਬਾਬਾ ਆਪਾਂ ਨੂੰ ਕਿੰਨੀ ਵਾਰੀ ਯਾਦ ਕਰਾਉਂਦੇ ਕਿ ਬਾਪ ਕਹਿ ਰਿਹਾ ਕਿਉਂ? ਸਾਨੂੰ ਭਗਤੀ 'ਚ ਆਦਤ ਪਈ ਹੋਈ ਆ ਕਿ ਪ੍ਰਮਾਤਮਾ ਨੂੰ ਬਹੁਤ ਦੂਰ ਫੀਲ ਕਰਨਾ, ਤੇ ਉਹਦੇ ਨਾਲ ਆਪਾਂ ਗੱਲ ਵੀ ਕਿੱਦਾਂ ਕਰਦੇ, ਕਿੰਨੀ ਫਾਰਮਲ, ਕਿ ਇੱਕ-ਇੱਕ ਅੱਖਰ ਕਹਿੰਦੇ ਆ, ਆਪਣੀ ਸਾਰੀ ਅਟੈਂਸ਼ਨ ਹੁੰਦੀ ਕੋਈ ਵੀ ਅੱਖਰ ਗਲਤ ਨਾ ਪ੍ਰੋਨਾਂਸ ਹੋ ਜਾਵੇ, ਹਨਾ? ਬਾਬਾ ਆਪਾਂ ਨੂੰ ਆਣ ਕੇ ਕੀ ਕਰਦੇ ਆ ਕਿ ਆਪਣੀ ਗੁਣਾ ਸ਼ਕਤੀਆਂ ਦੇ ਵਿੱਚ ਰਾਈਟ ਬਣੋ। ਗੁਣਾ ਸ਼ਕਤੀਆਂ ਦੇ ਵਿੱਚ ਆਪਣੇ ਆਪ ਨੂੰ ਕਦੀ ਰੋਂਗ ਨਹੀਂ ਕਰਨਾ, ਹਨਾ? ਬਾਬਾ ਦੇ ਨਾਲ ਸਾਡਾ ਸੰਬੰਧ ਜੁਟ ਗਿਆ। ਬਾਬਾ ਨਾਲ ਅਸੀਂ ਆਪਣੀ ਤੋਤਲੀ ਭਾਸ਼ਾ 'ਚ ਬਾਤ ਕਰਦੇ ਹਾਂ। ਜੋ ਅਸੀਂ ਫੀਲ ਕਰਦੇ, ਜੋ ਸਾਡੀਆਂ ਭਾਵਨਾਵਾਂ ਆ, ਦੁੱਖ-ਸੁੱਖ ਜੋ ਵੀ ਸਾਡੀ ਲਾਈਫ ਵਿੱਚ ਆ ਰਿਹਾ, ਬਾਬਾ ਨਾਲ ਆਪਾਂ ਰੂਹ ਰਿਹਾਨ ਕਰਦੇ ਹਾਂ। बाप मिला गोया सब कुछ मिला, बाप द्वारा वर्षा मिलता है, बच्चा पैदा हुआ और समझते हैं वारिस आया। बाबा कहने से ही बच्चे का वारिसपना सिद्ध हो जाता है। अक्सर करके बच्चियां माँ माँ कहती हैं, माँ तरफ जास्ती लव रहता है। बच्चा होगा तो बा बा कहता रहेगा, बच्चे का बाप की तरफ लव जाता है। माँ से वर्षा नहीं मिल सकता, बाप से वर्षा मिलता है। अब यहाँ तो तुम सब आत्माएं भाई भाई हो। ਬਾਬਾ ਇੰਨਾ ਵੱਡਾ ਸਾਈਕੋਲੋਜਿਸਟ ਆ। ਦੇਖੋ ਬਾਬਾ ਆਪਾਂ ਨੂੰ ਐਗਜ਼ਾਮਪਲ ਕਿਹੜੀ ਦਿੰਦੇ ਆ, ਇਹ ਦੇਹ ਦੀ ਦੁਨੀਆ ਦੀ, ਕਿ ਇੱਥੇ ਦੇ ਕੀ ਰੀਤੀ ਰਿਵਾਜ ਆ। ਫਿਰ ਕੀ ਆ, ਬਾਬਾ ਇੱਕਦਮ ਆਪਣੀ ਬੁੱਧੀ ਉੱਪਰ ਨੂੰ ਖਿੱਚ ਲੈਂਦੇ। ਬਾਬਾ ਕਹਿੰਦੇ ਬਾਪ ਤਾਂ ਨਿਰਾਕਾਰ ਆ, ਹਨਾ? ਬਾਬਾ ਕਹਿੰਦੇ यहाँ तो तुम सब आत्माएं भाई भाई हो, तुम हर एक बाप से वर्षा ले रहे हो। ਬਾਬਾ ਕਹਿੰਦੇ ਲੌਕਿਕ ਵਿੱਚ ਆ ਮੇਲ ਫੀਮੇਲ ਦਾ, ਹਨਾ, ਕਿ ਬੱਚੇ ਨੂੰ ਵਰਸਾ ਮਿਲਦਾ, ਬੱਚੀ ਨੂੰ ਨਹੀਂ। ਇੱਥੇ ਕੀ ਆ, ਇੱਥੇ ਤਾਂ ਬਾਬਾ ਕਹਿੰਦੇ ਸਾਰੀਆਂ ਹੀ ਆਤਮਾਵਾਂ ਆ, ਹਰ ਬੱਚੇ ਦਾ ਬਾਪ ਦੇ ਵਰਸੇ ਤੇ ਅਧਿਕਾਰ ਆ। बाप की श्रीमत है हर एक अपने को बाप का बच्चा समझ और सबको बाप का परिचय देते रहे और सृष्टि चक्र का राज भी समझाएं। अंडरलाइन करते हैं। ਅੱਜ ਬਾਬਾ ਨੇ ਗਾਂ ਜਾ ਕੇ ਸ਼੍ਰੀਮਤ ਦਾ ਆਪਾਂ ਨੂੰ ਹੋਰ ਕੁਝ ਦੱਸਣਾ ਨਾ। ਸਾਰੀ ਮੁਰਲੀ ਬਾਬਾ ਦੀ ਸ਼੍ਰੀਮਤ ਆ, ਪਰ ਆ ਤਾਂ ਬਾਬਾ ਨੇ ਕਿਹਾ ਨਾ ਕਿ ਆਪਾਂ ਕਰਨਾ ਕੀ ਆ, ਕਿ ਆਪਣਾ ਬੱਚਾ ਸਮਝਣਾ ਆਪਣੇ ਆਪ ਨੂੰ ਬਾਪ ਦਾ, ਫਿਰ ਸਾਰਿਆਂ ਨੂੰ ਬਾਪ ਦਾ ਪਰਿਚੈ ਦੇਣਾ ਤੇ ਸ੍ਰਿਸ਼ਟੀ ਚੱਕਰ ਦਾ ਰਾਜ ਸਮਝਾਉਣਾ। ਇਹ ਆਪਣੇ ਲਈ ਹੋਮਵਰਕ ਹੋ ਗਿਆ। बाप से ही स्वर्ग का वर्षा मिलता है, बेहद का बाप कहते हैं तुम स्वर्गवासी थे, फिर तुम नरकवासी कैसे बने, 84 जन्मों का चक्कर कैसे लगाया। ये है डिटेल की बातें। बाकी बाप ने पहचान तो दी है और बाप से जरूर सतयुग का वर्षा मिलेगा। ਹੁਣ ਬਾਬਾ ਨੇ ਆਪਾਂ ਨੂੰ ਸਮਝਾ ਦਿੱਤਾ ਕਿੱਦਾਂ ਬਾਪ ਦੀ ਪਹਿਚਾਣ ਦੇਣੀ ਆ ਤੇ ਕਿੱਦਾਂ ਅਸੀਂ ਸਵਰਗਵਾਸੀ ਤੋਂ ਨਰਕਵਾਸੀ ਬਣੇ, 84 ਜਨਮਾਂ ਦਾ ਚੱਕਰ ਕਿੱਦਾਂ ਲਗਾਇਆ। ਬਾਬਾ ਨੇ ਕਿਹਾ ਨਾ ਕਿ ਸਾਰਿਆਂ ਨੂੰ ਸ੍ਰਿਸ਼ਟੀ ਚੱਕਰ ਦਾ ਰਾਜ ਸਮਝਾਓ। ਕਿੱਦਾਂ ਚੱਕਰ ਲਗਾਇਆ ਕਿ ਆਤਮਾ ਪਿਓਰ ਪਰਮ ਧਾਮ ਤੋਂ ਆਈ, ਸਤਯੁਗ ਤ੍ਰੇਤਾ 2 ਯੁਗ ਅਥਾਹ ਸੁਖ ਭੋਗੇ, ਫਿਰ ਦੁਆਪਰ ਤੋਂ ਬਾਡੀ ਕੌਨਸ਼ੀਅਸ ਹੋਏ, ਕਰਮਾਂ ਦੇ ਬੰਧਨਾਂ 'ਚ ਬੰਦ ਗਏ, 84 ਜਨਮਾਂ ਦਾ ਚੱਕਰ ਪੂਰਾ ਹੋਇਆ। ਹੁਣ ਫਿਰ ਕੀ ਆ, ਘਰ ਜਾਣ ਦਾ ਸਮਾਂ, ਬਾਬਾ ਸਾਨੂੰ ਲੈਣ ਆਏ ਆ। ਉਸ ਤੋਂ ਪਹਿਲਾਂ ਫਿਰ ਤੋਂ ਸਾਨੂੰ ਆਪਣੇ ਖਜ਼ਾਨਿਆਂ ਨਾਲ ਭਰਪੂਰ ਕਰ ਦੇ। अच्छा किसको बाबा कहते सतयुग का वर्षा मिलेगा। अच्छा किसको मिला हुआ है, ये लक्ष्मी नारायण के चित्र खड़े हैं, इन्हों को बाप का वर्षा मिला था, फिर कहाँ गया। ये है चक्कर की बात। तुमको अभी सतयुग का वर्षा मिलता है, फिर पुनर्जन्म लेते लेते 84 जन्म तो भोगने ही हैं। अब तुमको नंबरवार पुरुषार्थ अनुसार 84 का चक्कर बुद्धि में है और ये भी निश्चय है कि हमारा अंतिम जन्म है। 84 जन्मों का चक्कर लगाकर पूरा किया है। बुद्धि विच चक्कर ਨੂੰ ਫਰਾਓ। ਜੋ ਜੋ ਬਾਬਾ ਕਹਿੰਦੇ ਆ ਨਾ, ਆਪਣੇ ਅੰਦਰੋਂ ਹਰੇਕ ਚੀਜ਼ ਦਾ ਪਿਕਚਰ ਬਣਾਉਂਦੇ ਜਾਓ ਕਿ ਮੈਂ ਆਤਮਾ ਨੇ 84 ਜਨਮ ਲਏ। ਫਿਰ ਯਾਦ ਕਰੋ ਇੱਕ ਇੱਕ ਜਨਮ ਕਿੱਦਾਂ ਪਰਿਵਾਰ ਬਣਾਇਆ, ਮਾਤ ਪਿਤਾ ਭੈਣ ਭਾਈ ਪਰਿਵਾਰ ਵੱਡਾ ਹੋਇਆ, ਕਿ ਆਪਾਂ ਸਰੀਰ ਛੱਡਿਆ, ਨਵਾਂ ਜਨਮ ਲਿਆ, ਫਿਰ ਨਵੇਂ ਸਿਰ ਤੋਂ ਸਾਰੇ ਸੰਬੰਧ ਬਣੇ। ਇਦਾਂ 84 ਜਨਮਾਂ ਵਿੱਚ ਆਈ ਆਤਮਾ, 84 ਪਰਿਵਾਰ ਬਦਲੇ ਆ। ਇਹ ਪਰਿਵਰਤਨ ਨੂੰ ਐਕਸੈਪਟ ਕਰਦੇ ਜਾਣਾ ਕਿ ਇਹ ਚੇਂਜ ਆ, ਪਰਿਵਰਤਨ ਹੋ ਰਿਹਾ, ਹਰ ਚੀਜ਼ ਪਰਿਵਰਤਨਸ਼ੀਲ ਆ। ਅਸੀਂ ਇੰਨਾ ਚੱਕਰ ਲਗਾਇਆ, ਜੋ ਅੱਜ ਆ ਇਹ ਵੀ ਪਰਿਵਰਤਨ ਹੋ ਰਿਹਾ ਹੈ ਨਾ। परिवर्तन इथे दा नियम या। अब तुम जाएंगे तो तुम्हारे पीछे सब चले जाएंगे। तुम बच्चे तो बाप से अपना वर्षा पा चुके हो,
ਰਾਜਯੋਗ ਸਿੱਖ ਚੁੱਕੇ ਹੋ। ਬਾਬਾ ਆਪਾਂ ਨੂੰ ਕਹਿੰਦੇ ਆ ਹਨਾ ਕਿ ਤੁਸੀਂ ਵਰਸਾ ਪਾ ਲਿਆ, ਬਾਬਾ ਤੋਂ ਰਾਜਯੋਗ ਸਿੱਖ ਲਿਆ। ਫਿਰ ਨੈਕਸਟ ਡਿਊਟੀ ਕੀ ਆ? ਜੋ ਸਾਨੂੰ ਮਿਲਿਆ ਉਹ ਸਾਰਿਆਂ ਨਾਲ शेयर करना। बाबा कहते फिर पहले पहले हमको यानी डेटिज्म को आना है। हम शूद्र कुल के थे, अब ब्राह्मण कुल के बने हैं। हुणे भी पता ना कि देवता, क्षत्रिय, वैश्य, शूद्र, शूद्र तो फिर ब्राह्मण, ब्राह्मण सो देवता। बाबा जी चक्कर की डिटेल समझाते हैं। फिर सूर्यवंशी चंद्रवंशी कुल के बनेंगे। हम ब्राह्मण कुल, सूर्यवंशी कुल और चंद्रवंशी कुल के तीनों वर्षे एक ही बाप से ले रहे हैं। बाबा किन्नी वारी कहंदे हुंदे ना, ये तीन धर्म बाबा आण के स्थापन करदे आ, ब्राह्मण, देवता, क्षत्रिय। देवता क्षत्रिय सतयुग त्रेता है ना, कि उत्थे भी देवते आ, आत्मा स्मृति स्वरूप आ। कौन बनदे आ ओह? जो हुण इस वेले आत्मावां ज्ञान लैंदियां। जो नंबर 1 विच आउंदे आ ओह सतयुग विच आउणगे। जे नंबर घट लिया फिर की आ? फिर त्रेता विच आउणगे। बाबा कहते हम ब्राह्मण कुल, सूर्यवंशी कुल और चंद्रवंशी कुल के तीनों वर्षे एक ही बाप से ले रहे हैं। सतयुग त्रेता में कोई धर्म स्थापन करने आता ही नहीं है। भारत का एक ही धर्म रहता है। पीछे बाहर वाले इस्लामी, बौद्धि आदि आते हैं। भारत बहुत प्राचीन देश है। ਭਾਰਤ ਕਿਉਂ ਪ੍ਰਾਚੀਨ ਹੈ? ਇੱਥੇ ਪਰਮਾਤਮਾ ਪਿਤਾ ਦਾ ਅਵਤਰਨ ਹੁੰਦਾ, ਆਣ ਕੇ ਸਾਰਾ ਸਾਨੂੰ ਗਿਆਨ ਦਿੰਦੇ ਹਨਾ। ਸਤਯੁਗ ਤ੍ਰੇਤਾ ਇੱਕੋ ਹੀ ਧਰਮ ਆ, ਆਤਮਾ ਆਪਣੇ ਧਰਮ ਵਿੱਚ ਸਥਿਤ ਆ, ਪ੍ਰੇਮ, ਸੁਖ, ਸ਼ਾਂਤੀ। ਸਰੀਰ ਦਾ ਉੱਥੇ ਕੋਈ ਧਰਮ ਨਹੀਂ। ਬਾਬਾ ਕਹਿੰਦੇ ਦੁਆਪਰ ਜਦੋਂ ਆਪਾਂ ਬੋਡੀ ਕੌਨਸ਼ੀਅਸ ਹੋ ਜਾਂਦੇ ਆ, ਫਿਰ ਆਪਾਂ ਬੋਡੀ ਕੌਨਸ਼ੀਅਸ ਹੋ ਗਏ ਤੇ ਸਰੀਰਾਂ ਦੇ ਡਿਸਿਪਲਿਨ ਦੇ ਲਈ ਬਾਬਾ ਆਪਣੀਆਂ ਮਹਾਨ ਆਤਮਾਵਾਂ ਨੂੰ ਭੇਜਦੇ, ਅਲੱਗ-ਅਲੱਗ ਧਰਮਾਂ ਦੀ ਸਥਾਪਨਾ ਹੁੰਦੀ ਨਾ। ਜਿਉਂ-ਜਿਉਂ ਪਾਪੂਲੇਸ਼ਨ ਵੱਧਦੀ ਜਾਂਦੀ ਆ, ਉਦਾਂ-ਉਦਾਂ ਫਿਰ ਬਾਬਾ ਆਪਣੇ ਬੱਚਿਆਂ ਨੂੰ ਭੇਜਦੇ ਤੇ ਹੋਰ-ਹੋਰ ਧਰਮਾਂ ਦੀ ਸਥਾਪਨਾ ਹੁੰਦੀ। बाबा कहते कितनी भिन्न भिन्न भाषाएं हैं। जैसे यूरोपियन हैं तो अमेरिका की भाषा अलग, फ्रांस की अलग है, तो सब क्रिश्चियन लोग। वैसे चीन को देखो, एक ही बौद्ध धर्म के हैं, परंतु चीन की भाषा और जापान की भाषा और है, तो सब बौद्ध धर्म, परंतु वृद्धि हो जाने से अलग अलग हो जाते हैं, आपस में दुश्मन भी बन जाते हैं। भारत का दुश्मन कोई नहीं है, ये तो दूसरे धर्म वाले आकर लड़ते हैं, आपस में फुट डाल भारत को भी लड़ा देते हैं। नहीं तो भारतवासियों की आपस में लड़ाई ऐसे कभी हुई नहीं है, दूसरों ने लड़ाया लोभ के कारण, ये भी खेल है। भारतवासी ये भी भूल गए हैं कि हम ही विश्व के मालिक थे, हमको बाप ने राज्य दिया था। ਜਦੋਂ ਖੁਦ ਨੂੰ ਭੁੱਲੇ, ਆਪਣੇ ਰਾਜਿਆਂ ਨੂੰ ਵੀ ਭੁੱਲ ਗਏ, ਆਪਣੇ ਸਵਰਾਜਿਆਂ ਨੂੰ ਵੀ ਭੁੱਲ ਗਏ। बाबा कहते सतयुग में ये नॉलेज रहती नहीं कि ये राज्य हमने कैसे पाया। राज्य काहदे ते पाउने आपां? कोई बाहर लड़ाई नहीं हैगी, अपने आप दा राजा बनदे है ना। ਜਦੋਂ बॉडी कॉन्शियस हो गए, अपने मन दे भी गुलाम, कर्म इंद्रियां दे भी गुलाम, रावण दे गुलाम हो गए है ना। अधीनता आ गई करके सानू ये पता ही नहीं असीं बिलोंग किहनूं करदे आ, साडे अपने गुण शक्तियां की आ। बाबा कहते अभी तुम जानते हो हम ये राज्य कैसे पा रहे हैं। किद्दां पा रहे हैं आपां राज्य? बाबा नाल मन बुद्धि दा योग लगा के। ये बाप बैठ समझाते हैं, है भी बहुत सहज, परंतु मनुष्यों की बुद्धि को ऐसा ताला लगा हुआ है जो ये नहीं जानते कि इन लक्ष्मी नारायण को राज्य किसने और कब दिया। इन्हों के बच्चे कितने हुए कुछ नहीं जानते। सतयुग में लक्ष्मी नारायण का राज्य था, सतयुग की आयु कितनी है? ਆਪਾਂ ਨੂੰ ਪਤਾ ਨਾ ਲక్ష్ਮੀ ਨਾਰਾਇਣ ਨੇ ਕਦੋਂ ਰਾਜ්य ਪਾਇਆ, ਕਿੱਦਾਂ ਪਾਇਆ। ਇਸ ਵੇਲੇ ਜੋ ਵੀ ਸਤਯੁਗ ਦੀਆਂ ਆਤਮਾਵਾਂ ਪਾਰਟ ਪਲੇ ਕਰਦੇ ਕਰਦੇ ਹੁਣ ਆਣ ਕੇ ਬ੍ਰਾਹਮਣ ਬਣੀਆਂ, ਫਿਰ ਤੋਂ ਬਾਬਾ ਤੋਂ ਵਰਸਾ ਲੈ ਰਹੇ ਆ। ਵਰਸਾ ਕਿੱਦਾਂ ਲੈ ਰਹੇ ਆ? ਮਨ ਬੁੱਧੀ ਬਾਬਾ ਨਾਲ ਲਗਾ ਕੇ ਆਪਣੇ ਆਪ ਨੂੰ ਆਤਮਾ ਨਿਸ਼ਚੈ ਕਰਦੇ ਹਨਾ। ਤੇ ਸਤਯੁਗ ਦੀ ਆਯੂ ਕਿੰਨੀ ਆ? ਕੋਈ ਜਣਾ ਸ਼ੇਅਰ ਕਰ ਸਕਦਾ ਕਿ ਕਿੰਨੀ ਆ ਸਤਯੁਗ ਦੀ ਆਯੂ? ਸਤਯੁਗ ਤ੍ਰੇਤਾ ਜਦੋਂ ਆਪਾਂ ਕਹਿੰਦੇ ਸਾਰਾ ਸਾਈਕਲ 5000 ਸਾਲ ਦਾ ਆ, ਫਿਰ ਸਤਯੁਗ ਦੀ ਆਯੂ ਕਿੰਨੀ ਹੋਈ? 1250 वर्ष ना। हर युग की आयु 1250 वर्ष आ।
बाबा कहते सतयुग की आयु कितनी है, कह देते लाखों वर्ष। फिर लाखों वर्ष में गद्दियां कितनी हुई, वृद्धि कितनी हुई होगी, कितने महाराजा महारानी होंगे। ਅੱਜ ਬਾਬਾ ਆਪਾਂ ਨੂੰ ਚੱਕਰ ਦਾ ਗਿਆਨ ਦੇ ਕੇ ਬੁੱਧੀ ਦਾ ਤਾਲਾ ਖੋਲਦੇ ਆ ਕਿ ਆਪਾਂ ਨਾ ਗੈਸ ਕਰ ਸਕਦੇ ਆ ਕਿ ਹਾਂ ਜੇ 1250 ਵਰਸ਼ ਆ ਸਾਡੀ ਉੱਥੇ ਆਯੂ ਕਿੰਨੀ ਆ। ਆਪਾਂ ਨੂੰ ਪਤਾ 150 ਵਰਸ਼ ਤੱਕ ਦੀ ਸਾਡੀ ਆਯੂ ਹੁੰਦੀ ਆ। ਫਿਰ ਕਿੰਨੀਆਂ ਆਪਾਂ ਗੱਦੀਆਂ ਹੋਣਗੀਆਂ, ਕਿੰਨੇ ਰਾਜੇ ਮਹਾਰਾਜੇ ਹੋਣਗੇ, ਫਿਰ ਗਾਂ ਕਿੰਨੀਆਂ ਵ੍ਰਿद्धि ਹੁੰਦੀ ਜਾਂਦੀ ਆ। बाबा कहते लाखों वर्ष में तो अनगिनत हो जाएं, लाखों वर्ष सतयुग के, फिर त्रेता के लाखों वर्ष, कलयुग के भी अभी 40,000 वर्ष और कह देते हैं। इन बातों में किसकी बुद्धि नहीं चलती, इतनी लंबी आयु दे दी है। क्रिएटर डायरेक्टर समय आदि सबका मालूम होना चाहिए, परंतु किसको भी पता नहीं है। कहते हैं क्राइस्ट से 3,000 वर्ष पहले भारत स्वर्ग था, गॉड गॉडेज का राज्य था। कितना वर्ष चला, कैसे चला, ये कुछ भी जानते नहीं। अच्छा बाबा दे सारे बाबा जी डिटेल कर रहे आ ਚੱਕਰ ਦੀ, ਹਰ ਯੁੱਗ ਦੀ ਕਿੱਦਾਂ ਕਿੱਦਾਂ ਚੱਲਦਾ। ਜੇ ਕਿਸੇ ਦੇ ਬਾਬਾ ਦੇ ਬੱਚੇ ਨੂੰ ਨਹੀਂ ਪਤਾ ਉਦਾਂ ਤਾਂ ਆਪਾਂ ਕਿੰਨੀ ਵਾਰੀ ਰਿਪੀਟ ਕੀਤਾ, ਪਰ ਠੀਕ ਹੈ ਕਦੀ ਭੁੱਲ ਜਾਂਦਾ, ਤੁਸੀਂ ਆਪਣੀ ਬੁੱਧੀ ਵਿੱਚ ਜ਼ਰੂਰ ਚੈੱਕ ਕਰਨਾ ਹਨਾ। ਜੇ ਕਿਸੇ ਗੱਲ ਦਾ ਨਹੀਂ ਪਤਾ ਟੈਕਸਟ ਕਰੋ, ਕਾਲ ਕਰੋ, ਆਪਾਂ ਹਰ ਵਾਰੀ ਕਲੀਅਰ ਕਰਨਾ ਹਨਾ। ਆਪਾਂ ਨੂੰ ਬਾਬਾ ਰੋਜ਼-ਰੋਜ਼ ਦੱਸਦੇ ਆ, ਪਰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ। ਸਾਰਾ ਚੱਕਰ 5000 ਸਾਲ ਦਾ, ਹਰ ਯੁੱਗ 1250 ਸਾਲ ਦਾ। ਸਤਯੁਗ ਵਿੱਚ ਆਪਣੀ ਆਯੂ ਕਿੰਨੀ ਆ 125 ਤੋਂ 150 ਸਾਲ ਤੱਕ, 8 ਜਨਮ ਹੁੰਦੇ। ਫਿਰ ਤ੍ਰੇਤਾ ਦੇ ਵਿੱਚ 12 ਜਨਮ ਹੁੰਦੇ, ਆਯੂ ਕਿੰਨੀ ਰਹਿ ਜਾਂਦੀ 100 ਤੋਂ 125 ਹਨਾ। ਇਹਦੇ ਬਿਟਵੀਨ ਐਵਰੇਜ ਆ ਇਹ। ਫਿਰ ਬਾਬਾ ਨੇ ਕਿਹਾ ਨਾ ਕਿੱਦਾਂ ਵ੍ਰਿद्धि ਹੁੰਦੀ ਜਾਂਦੀ ਆ, ਆਤਮਾ ਦੀ ਬੈਟਰੀ ਘਟਦੀ ਜਾਂਦੀ, ਤਾਂ ਕਰਕੇ ਆਪਣਾ ਸਰੀਰ ਵੀ ਛੇਤੀ ਛੇਤੀ ਬਦਲਦੇ। ਫਿਰ ਤ੍ਰੇਤਾ ਦੇ ਵਿੱਚ 12 ਜਨਮ ਹੁੰਦੇ, ਦੁਆਪਰ ਦੇ ਵਿੱਚ 21 ਹੁੰਦੇ, ਕਲਯੁਗ ਦੇ ਵਿੱਚ 42 ਬਰਥ ਹੁੰਦੇ ਨਾ। ਕਰਕੇ ਵ੍ਰਿद्धि ਹੁੰਦੀ ਜਾਂਦੀ, ਆਤਮਾ 'ਚ ਤਾਕਤ ਨਹੀਂ ਰਹਿੰਦੀ ਤੇ ਆਤਮਾ ਛੇਤੀ ਛੇਤੀ ਸਰੀਰ ਛੱਡਦੀ ਆ। ਕਿਉਂ ਛੇਤੀ ਸਰੀਰ ਛੱਡਦੀ ਆ? ਜਦੋਂ ਆਤਮਾ ਗਰਭ ਦੇ ਵਿੱਚ ਆ, ਆਪਣੇ ਬਹੁਤ ਹਿਸਾਬ ਕਿਤਾਬ ਚੁੱਕਤੋ ਹੁੰਦੇ ਹਨਾ। ਨਾਲ ਦੀ ਨਾਲ ਥੋੜੀ ਥੋੜੀ ਕਲੀਨਿੰਗ ਹੁੰਦੀ ਜਾਂਦੀ। बाबा कहते गॉड गॉडेज का राज्य था, कितना वर्ष चला, कैसे चला, ये कुछ भी जानते नहीं। अगर राधे कृष्ण सतयुग के प्रिंस प्रिंसेज हैं तो उन्होंने भी कोई द्वारा पद पाया होगा। अगर श्री कृष्ण ने गीता सुनाई तो कब? ये सब बातें बाप ही समझाते हैं। सारे क्वेश्चंस नो अपने अंदर रिवाइज करो, फिर चेक करो कि केड़ा क्वेश्चन है जिहदा सानू आंसर नहीं पता। आपां नू पता ना कि सतयुग ਦੇ ਰਾਧੇ ਕ੍ਰਿਸ਼ਨ ਨੇ ਆਪਣਾ ਪਦ ਕਦੋਂ ਪਾਇਆ? ਸੰਗਮ ਯੁੱਗ ਤੇ। ਇਹ ਪੜ੍ਹਾਈ ਪੜ੍ਹ ਕੇ ਆਪਾਂ ਸਾਰਿਆਂ ਨੇ ਉਹ ਉੱਚ ਪਦ ਪਾਇਆ। ਤੇ ਬਾਬਾ ਕਹਿੰਦੇ ਅਗਰ ਸ਼੍ਰੀ ਕ੍ਰਿਸ਼ਨ ਨੇ ਗੀਤਾ ਸੁਣਾਈ ਤਾਂ ਕਬ? ਆਪਾਂ ਕਹਿੰਦੇ ਨਹੀਂ ਬਾਬਾ ਤੁਸੀਂ ਸਾਨੂੰ ਗੀਤਾ ਸੁਣਾ ਰਹੇ ਆ संगम युग ते। ये सब बातें बाप ही समझाते हैं। स्कूल में पहले अल्फ बे पढ़ाया जाता है। अल्फ बे किया ਜਿੱਦਾਂ ਆਪਣਾ ਪੰਜਾਬੀ ਦਾ ਊੜਾ ਐੜਾ ਆ, ਇੰਗਲਿਸ਼ ਦੀ ABC ਆ, ਏਦਾਂ ਆਈ ਥਿੰਕ ਮੁਸਲਿਮ ਧਰਮ ਦੇ ਵਿੱਚ ਉਹਨਾਂ ਦੇ ਜੋ ਅਲਫਾਬੈਟ ਆ ਉਹ ਹੈਗੇ ਆ ਅਲਫ ਬੇ ਹਨਾ। ਬਾਬਾ ਕਹਿੰਦੇ ਫਿਰ धीरे धीरे बड़ा इम्तिहान पास करते हैं तो अल्फ बे की पढ़ाई और पिछाड़ी की पढ़ाई में कितना फर्क होगा। बाबा किहदे नाल इहनूं रिलेट करदे आ? अल्फ अल्लाह बे बादशाही। यहाँ भी ऐसे है, जितना पहले समझाते थे उससे सहज अभी समझाते हैं, उससे जास्ती आगे समझाएंगे। कोई नया आता है तो पहले उनसे फार्म भराया जाता है, फिर समझाते हैं। परमपिता परमात्मा के साथ आपका क्या संबंध है? जरूर सबका बाप हुआ ना। इन बातों को समझने वाले ही समझते हैं। जब तक हड्डी निश्चय हो कि बेहद के बाप से वर्षा लेना है, बाप स्वर्ग रचते हैं तो जरूर स्वर्ग का वर्षा देंगे। ये उन्हों की बुद्धि में बैठेगा जिन्होंने कल पहले निश्चय किया होगा। कल पहला निश्चय किन्ने कीता सी? ਆਪਾਂ ਹੀ ਕੀਤਾ ਸੀ ਨਾ ਕਿ ਹਾਂ ਸਾਨੂੰ ਪੂਰੀ ਸਮ੍ਰਿਤੀ ਆ ਕਿ ਬਾਬਾ ਆਇਆ ਸੰਗਮ ਤੇ ਆਣ ਕੇ ਸਾਨੂੰ ਫਿਰ ਤੋਂ ਵਰਸਾ ਦੇ ਰਿਹਾ। ਤੇ ਵਰਸਾ ਕੀ ਆ? ਹੈਲਥ ਵੈਲਥ ਹੈਪੀਨੈਸ, ਪ੍ਰੇਮ ਸੁਖ ਸ਼ਾਂਤੀ, ਜੋ ਆਤਮਾ ਦੇ ਗੁਣ ਆ ਸ਼ਕਤੀਆਂ ਆ ਹਨਾ, ਉਹ ਫਿਰ ਤੋਂ ਬਾਬਾ ਤੋਂ ਆਪਾਂ ਵਰਸੇ ਦੇ ਰੂਪ ਵਿੱਚ ਲੈ ਰਹੇ ਆ। ਬਾਬਾ ਸੱਚ ਆ, ਉਹ ਨਿਰਾਕਾਰ ਆ,
ਤੇ ਉਹਦੇ ਖਜ਼ਾਨੇ ਵੀ ਕੀ ਆ? ਖਜ਼ਾਨੇ ਵੀ ਦਿਖਾਈ ਨਹੀਂ ਦਿੰਦੇ ਪਰ ਸਦਾ ਰਹਿਣ ਵਾਲੇ ਆ। बाबा कहते तुम देखते हो कई बच्चे सवेरे उठ नहीं सकते, 10-15 वर्ष मेहनत करते आए हैं तो भी समय पर उठ नहीं सकते। कम से कम 3-4 बजे उठो। भक्त लोग भी सवेरे उठकर ध्यान करते हैं, जाप करते हैं हनुमान का, शिव का। अपने ਤਾਂ ਜੋ ਸਿੱਖ ਧਰਮ ਵਾਲੇ ਪਤਾ ਆ, ਗੁਰਬਾਣੀ ਵਿੱਚ ਲਿਖਿਆ ਨਾ, ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ, ਕਿ ਸਵੇਰੇ ਅੰਮ੍ਰਿਤ ਵੇਲੇ ਜ਼ਰੂਰ ਉੱਠਣਾ ਚਾਹੀਦਾ। ਤੁਸੀਂ ਉੱਠ ਕੇ ਦੇਖੋ ਆਪਣੀਆਂ ਕਿੰਨੀਆਂ ਇੱਕ ਤਾਂ ਸਰੀਰ ਦੀਆਂ ਬਿਮਾਰੀਆਂ ਨਹੀਂ ਲੱਗਦੀਆਂ, ਕਰਕੇ ਉਸ ਵੇਲੇ ਬਾਡੀ ਫਰੈਸ਼ ਹੁੰਦੀ ਆ, ਉਸ ਸਮੇਂ ਨੂੰ ਵਰਦਾਨ ਆ, ਫਰੈਸ਼ ਆ, ਫਿਰ ਸਾਡਾ ਮਾਈਂਡ ਫਰੈਸ਼ ਆ, ਕਰਕੇ ਸੌਂ ਕੇ ਉੱਠੇ ਆ ਨਾ, ਇੱਕਦਮ ਫਰੈਸ਼ ਆ, ਕੋਈ ਥਕਾਵਟ ਨਹੀਂ ਹੈਗੀ ਤੇ ਬਾਬਾ ਨਾਲ ਬੁੱਧੀ ਯੋਗ ਕਲੀਅਰ ਲੱਗਦਾ। ਉਸ ਵੇਲੇ ਬਾਬਾ ਵੀ ਬਾਪ ਦੇ ਰੂਪ ਵਿੱਚ ਬੈਠਾ। ਬਾਬਾ ਕਹਿੰਦੇ 5 ਵਜੇ ਤਾਂ ਭਗਤ ਉੱਠ ਪੈਂਦੇ ਆ, ਫਿਰ ਤਾਂ ਬਾਬਾ ਉਹਨਾਂ ਨੂੰ ਦੇਣ ਵਿੱਚ ਬਿਜ਼ੀ ਹੋ ਜਾਂਦਾ, ਹਨਾ? ਉਹਨਾਂ ਨੂੰ ਦਿੰਦੇ ਆ, ਜਿੰਨਾ ਮੰਗਦੇ ਆ ਓਨਾ ਮਿਲਦਾ। ਪਰ ਆਪਾਂ ਜਦੋਂ ਅੰਮ੍ਰਿਤ ਵੇਲੇ ਉੱਠਦੇ ਆ, ਆਪਾਂ ਬੱਚੇ ਦੇ ਰੂਪ ਵਿੱਚ ਬਾਬਾ ਨਾਲ ਰੂਹ ਰਿਹਾਨ ਕਰਦੇ ਆ। ਬਾਬਾ ਦੇ ਸਰ ਖਜ਼ਾਨਿਆਂ ਨੂੰ ਆਪਾਂ ਹੱਕ ਨਾਲ ਲੈਂਦੇ, ਅਧਿਕਾਰ ਨਾਲ ਲੈਂਦੇ ਆ, ਹਨਾ? ਇੰਨਾ ਫਰਕ ਆ। ਆਈ ਥਿੰਕ ਕੋਈ ਸ਼ਬਦ ਵੀ ਆ ਏਦਾਂ ਵੀ ਜੇ 2 ਵਜੇ ਉੱਠਦੇ ਆ ਉਹਨਾਂ ਨੂੰ ਮੋਤੀ ਮਿਲਦੇ ਆ, ਹਨਾ? ਜੋ 3 ਵਜੇ ਉੱਠਦੇ ਉਹਨਾਂ ਨੂੰ ਸੋਨਾ, ਚਾਂਦੀ ਏਦਾਂ ਕਰਕੇ ਆ, ਹਨਾ? ਕਿ ਉਸ ਵੇਲੇ ਫਿਰ ਜਿਹੜਾ ਵਾਯੂਮੰਡਲ ਆ ਉਹਦੀ ਉਨੀ ਪਿਓਰਿਟੀ ਜਿਹੜੀ ਘਟਦੀ ਜਾਂਦੀ, ਹਨਾ? ਤੇ ਸਾਰੇ ਲੋਕੀ ਉੱਠਦੇ ਆ, ਸਾਰੇ ਮਨ ਜਾਗਰਤ ਹੁੰਦੇ ਜਾਂਦੇ ਆ, ਫਿਰ ਉਦਾਂ ਦੀ એનર્ਜੀ ਹੁੰਦੀ ਜਾਂਦੀ। ਪਰ ਅੰਮ੍ਰਿਤ ਵੇਲੇ ਬਹੁਤ ਥੋੜੀਆਂ ਆਤਮਾਵਾਂ ਉੱਠੀਆਂ ਹੁੰਦੀਆਂ, ਉਸ ਵੇਲੇ ਸ਼ਾਂਤੀ ਆ, कनेक्शन क्लियर जुड़दा। बाबा कहते भक्त लोग भी सवेरे उठकर ध्यान करते हैं, जाप करते हैं हनुमान का, शिव का, परंतु उनसे कोई फायदा नहीं। भल करके कोई के लक्षण अच्छे होते हैं, परंतु उनसे कोई को मुक्ति, जीवन मुक्ति नहीं मिल सकती है। अंडरलाइन करते हैं। बहुत लोग कई बार क्वेश्चन पूछते आ कि जे ਅਸੀਂ ਉਦਾਂ ਲਾਈਫ ਵਿੱਚ ਚੰਗੇ ਕੰਮ ਕਰਦੇ ਆ, ਕਿਸੇ ਦਾ ਬੁਰਾ ਨਹੀਂ ਕਰਦੇ, ਇਹ ਵੀ ਤਾਂ ਠੀਕ ਆ ਕਿ ਫਿਰ ਪ੍ਰਮਾਤਮਾ ਨੂੰ ਯਾਦ ਕਰਨੇ ਦੀ ਕੀ ਜ਼ਰੂਰਤ ਆ? ਕਿਉਂ ਜ਼ਰੂਰਤ ਆ ਬਾਬਾ ਨੂੰ ਯਾਦ ਕਰਨੇ ਦੀ? ਕਿ ਉਹ ਬੀਜ ਆ, ਉਹ ਤੋਂ ਬਿਨਾਂ ਆਤਮਾ ਦੀ ਚਾਰਜਿੰਗ ਹੋ ਨਹੀਂ ਸਕਦੀ, ਉਹ ਤੋਂ ਬਿਨਾਂ ਸਾਨੂੰ ਮੁਕਤੀ, ਜੀਵਨ ਮੁਕਤੀ ਦਾ ਵਰਸਾ ਮਿਲ ਨਹੀਂ ਸਕਦਾ, ਹਨਾ? ਕਿ ਇੱਥੇ ਆਤਮਾ ਦੀ ਰੋਜ਼-ਰੋਜ਼ ਬੈਟਰੀ ਡਿਸਚਾਰਜ ਹੋ ਰਹੀ ਆ, ਕਿਸੇ ਵਿੱਚ ਤਾਕਤ ਨਹੀਂ ਗੀ। ਸਮਾਂ ਆ ਘਰ ਜਾਣ ਦਾ, ਸਮਾਂ ਆ ਫਿਰ ਤੋਂ ਸਤਯੁਗ ਆਉਣੇ ਦਾ, ਤੇ ਉਹ ਜਿਹੜਾ ਸਮਾਂ ਉਹ ਹੁਣ ਚੱਲ ਰਿਹਾ, ਜੋ ਆਤਮਾ ਦੀ ਉਤਰਦੀ ਕਲਾ ਹੋਈ, ਚੜ੍ਹਦੀ ਕਲਾ ਕਰਨਾ ਇੱਕ ਨਿਰਾਕਾਰ ਪਰਮਾਤਮਾ ਦਾ ਹੀ ਕੰਮ ਆ। ਕਿ ਆਤਮਾ ਬਿਲੋਂਗ ਉਹਨੂੰ ਕਰਦੀ ਆ, ਆਤਮਾ ਦੀ ਤ੍ਰਿਪਤੀ ਉਹ ਤੋਂ ਆ। ਜਿੰਨਾ ਮਰਜ਼ੀ ਸੰਸਾਰ ਦੇ ਵਸਤੂ, ਵੈਭਵ, ਕੁਛ ਵੀ ਆਪਾਂ ਇਕੱਠਾ ਕਰ ਲਈਏ, ਉਹ ਸਾਨੂੰ ਤ੍ਰਿਪਤ ਕਰ ਨਹੀਂ ਸਕਦੇ। बाबा कहते लक्ष्मी नारायण जो सतयुग में राज्या करते थे, वह भी दूसरे तीसरे जन्म में नीचे आते जाते हैं। उतरती कला होती जाती है, आधा कल पूरा होगा तो वाम मार्ग में चले जाएंगे, फिर भक्ति मार्ग शुरू होगा। कितने ढेर मंदिर बनते हैं, अभी भी कितने मंदिर हैं। देखो बाबा ਆਪਾਂ ਨੂੰ ਪਹਿਲਾਂ ਯੁੱਗਾਂ ਦਾ ਦੱਸਦੇ ਆ, ਫਿਰ ਉਹਨਾਂ ਨੇ ਕਿੱਦਾਂ ਧਰਮਾਂ ਦਾ ਵਿਸਤਾਰ ਕਿੱਦਾਂ ਹੋਇਆ। ਹੁਣ ਫਿਰ ਬਾਬਾ ਕਿੱਦਾਂ ਦੱਸਦੇ ਆ ਕਿ ਆਪਾਂ ਆਤਮਾਵਾਂ ਜਦੋਂ ਦੇਵਤਾ ਆ ਕਿੰਨੇ ਪਿਓਰ ਆ, ਜਦੋਂ ਬਾਡੀ ਕੌਨਸ਼ੀਅਸ ਹੋ ਗਏ, ਇੰਪਿਓਰ ਹੋ ਗਏ, ਫਿਰ ਭਗਤੀ ਕਰਨੀ ਸ਼ੁਰੂ ਕਰ ਦਿੰਦੇ। ਬਾਬਾ ਕਹਿੰਦੇ अभी भी कितने मंदिर हैं, कोई टूट भी गए हैं, वाम मार्ग में जाने के चित्र भी हैं। ड्रेस देवताओं की पड़ी है, वास्तव में ड्रेस उन्हों की अलग थी, पीछे बदलती आई है। कोई की पाग कैसी, कोई की कैसी, कोई का ताज कैसा, अलग अलग ताज पहनने का भी अलग अलग नमूना होता है। सूर्यवंशी राजाएं जो हैं उनकी पहरवाइश अपनी अपनी होती है। ये फलाने की पगड़ी है, बाबा ने साक्षात्कार भी किया है। द्वारिकाधीश की टेढ़ी पगड़ी थी। ये सब ड्रामा आदि से अंत तक जो कुछ हो रहा है वह फिर भी ऐसे ही होगा। देखो बाबा दसते सतयुग त्रेता ਜਦੋਂ ਆਪਾਂ ਦੇਵਤਾ ਸਵਰੂਪ ਵਿੱਚ ਆ, ਉਦੋਂ ਕੀ ਆ, ਉਦੋਂ ਦੀ ਡਰੈਸ ਹੋ ਰਿਹਾ, ਹਨਾ? ਆਪਣਾ ਬੈਠਣ ਉੱਠਣ, ਜੋ ਵੀ ਤਾਜ ਹੋਣਗੇ, ਡਰੈਸਿਸ ਹੋਣਗੀਆਂ, ਉਹ ਡਿਫਰੈਂਟ ਆ। ਹੁਣ ਵੀ ਆਪਾਂ ਦੇਖਦੇ ਨਾ ਕਿ ਏਰੀਆ ਚੇਂਜ ਹੋਣ ਨਾਲ ਕੱਪੜੇ ਬਦਲ ਜਾਂਦੇ ਆ, ਫੈਸ਼ਨ ਬਦਲ ਜਾਂਦਾ, ਲੈਂਗੁਏਜ ਬਦਲ ਜਾਂਦੀ ਆ। ਬਾਬਾ ਕਹਿੰਦੇ ਏਦਾਂ ਹੀ ਜਿੱਦਾਂ ਜਿੱਦਾਂ ਸਮਾਂ ਬਦਲਦਾ ਜਾਂਦਾ, ਆਪਣੀਆਂ ਡਰੈਸਿਸ, ਲੈਂਗੁਏਜ,
ਪਗੜੀਆਂ ਸਭ ਚੇਂਜ ਹੁੰਦੀਆਂ ਜਾਂਦੀਆਂ। ਬਾਬਾ ਸਮੇਂ ਦਾ ਦੱਸਦੇ ਕਿੱਦਾਂ ਕਿੱਦਾਂ ਜਦੋਂ ਦੁਆਪਰ ਤੋਂ ਬਾਡੀ ਕੌਂਸ਼ੀਅਸ ਹੋਏ, ਅਲੱਗ-ਅਲੱਗ ਰਾਜਾਈਆਂ ਹੋ ਗਈਆਂ, ਕਿੱਦਾਂ ਸਾਰਿਆਂ ਦੇ ਤਾਜ ਡਿਫਰੈਂਟ ਹੋ ਗਏ, ਪਗੜੀਆਂ, ਕਿ ਟਾਈਮ ਕਿੱਦਾਂ ਚੇਂਜ ਹੋਇਆ ਨਾ, ਡਾਊਨਫॉल हो गया। बाबा कहते फिर वाम मार्ग में जाएंगे, सबका मतभेद हो जाएगा, रस्म रिवाज अलग हो जाएगा, सूर्यवंशी अलग, चंद्रवंशियों का अलग, ये बना बनाया खेल है जो फिर रिपीट होना है। ड्रामा रिपीट ਹੁੰਦਾ ਨਾ, बनी बनाई बन रही अब किछ बननी नाही। ਜੋ ਆਪਾਂ ਕਹਿੰਦੇ ਜੋ ਕਿਛ ਪਾਇਆ ਸੋ ਏਕਾ ਵਾਰ, ਫਿਰ ਕਰ ਕਰ ਵੇਖਿਆ ਸਿਰਜਣਹਾਰ। ਇੱਕ ਵਾਰੀ ਖੇਡ ਬਣ ਗਈ, फिर बार बार वो चक्कर फिरता। बाबा कहते तुम जानते हो हम भी बेहद के बाप से फिर से गति सदगति को पाते हैं। गति किया परम धाम जाके बह जाना, सदगति किया सतयुग विच आन के अपना राजाई पार्ट प्ले करना। पुरानी दुनिया का विनाश होना है, बेहद का बाप राजयोग सिखला रहे हैं। ये दुनिया नहीं जानती कि राजयोग सिखाते हैं। ਪੁਰਾਣੀ ਦੁਨੀਆ ਕੀ ਆ, ਬੋਡੀ ਕੌਨਸ਼ੀਅਸ, ਹਨਾ, ਕਿ ਸ੍ਰਿਸ਼ਟੀ ਤਾਂ ਇਹ ਰਹਿੰਦੀ ਆ, ਪਰ 올ਡ ਬਿਲੀਫ ਸਿਸਟਮ ਚੇਂਜ ਹੋ ਜਾਂਦਾ। ਬੋਡੀ ਕੌਨਸ਼ੀਅਸ ਰਾਵਣ ਰਾਜਿਆ ਸਮਾਪਤ ਹੋ ਜਾਂਦਾ। ਬਾਬਾ ਕਹਿੰਦੇ ਫਿਰ ਰਾਜਯੋਗ ਕੀ ਆ, ਆਤਮਾ ਆਪਣੀਆਂ ਕਰਮ ਇੰਦਰੀਆਂ ਦਾ ਰਾਜਾ ਬਣ ਜਾਂਦੀ, ਮਾਲਕ ਬਣ ਕੇ ਆਪਾਂ ਆਪਣੀਆਂ ਕਰਮ ਇੰਦਰੀਆਂ ਨੂੰ ਚਲਾਉਂਦੇ। तुम बच्चे अच्छी रीति जानते हो और तुम्हारा बाप से लव है। सबका एक जैसा तो हो नहीं सकता, अज्ञान में भी सबका एक जैसा लव नहीं होता। कोई लोभवश कहते हैं बाप मरे तो प्रॉपर्टी मिले। यहाँ शिव बाबा का शरीर तो है नहीं, बाबा तो अविनाशी है, ये शरीर लोन पर लिया है। तुम जानते हो हमने पूरे 84 जन्म लिए हैं। बाबा तो पुनर्जन्म नहीं लेते, इस शरीर में प्रवेश कर आते हैं। देखो बाबा कहते लौकिक विच की आ, ਸਰੀਰਧਾਰੀ ਕੀ ਕਹਿੰਦੇ, ਜਦੋਂ ਸਰੀਰ ਦਾ ਪਿਤਾ ਸਰੀਰ ਛੱਡੂਗਾ ਫਿਰ ਸਾਨੂੰ ਵਰਸਾ ਮਿਲਣਾ। ਜੇ ਇੱਥੇ ਬਾਪ ਵੀ ਅਵਿਨਾਸ਼ੀ ਆ, ਵਰਸਾ ਵੀ ਅਵਿਨਾਸ਼ੀ ਆ, ਹਨਾ। ਸਰੀਰ ਦਾ ਪਿਤਾ ਜੋ ਵਰਸਾ ਦਊਗਾ, ਜਦੋਂ ਆਪਣਾ ਸਰੀਰ ਛੁੱਟਿਆ ਉਹ ਵਰਸਾ ਉੱਥੇ ਰਹਿ ਜਾਣਾ, ਪਰ ਇਹ ਨਿਰਾਕਾਰ ਬਾਬਾ ਆ, ਇਹ ਵਰਸਾ ਜਨਮ ਜਨਮਾਂਤਰ ਸਾਡੇ ਨਾਲ ਚੱਲਦਾ। बाबा कहते बाबा तो पुनर्जन्म नहीं लेते, इस शरीर में प्रवेश कर आते हैं, नहीं तो क्या लक्ष्मी नारायण के तन में आए, वह तो है ही पावन दुनिया के मालिक। कई बाबा ਨੂੰ ਪ੍ਰਸ਼ਨ ਪੁੱਛਦੇ ਸੀ ਕਿ ਤੁਸੀਂ ਬ੍ਰਹਮਾ ਬਾਬਾ ਦੇ ਤਨ ਵਿੱਚ ਕਿਉਂ ਆਉਂਦੇ ਆ, ਇੰਨੀ ਵੱਡੀ ਅਥਾਰਟੀ ਆ, ਲక్ష్ਮੀ ਨਾਰਾਇਣ ਦੇ ਤਨ ਵਿੱਚ ਕਿਉਂ ਨਹੀਂ ਆਉਂਦੇ। ਬਾਬਾ ਕਹਿੰਦੇ ਉਹਨਾਂ ਚ ਆਉਣ ਦੀ ਜ਼ਰੂਰਤ ਨਹੀਂ, ਉਹ ਤਾਂ ਸਤਯੁਗ ਦੇ ਆ, ਹਨਾ, ਸਤਯੁਗ ਦੇ ਰਾਜਾ ਮਹਾਰਾਜਾ ਮਹਾਰਾਣੀ ਆ, ਉਹ ਤਾਂ ਪਿਓਰ ਆ, ਉੱਥੇ ਆਉਣ ਦੀ ਜ਼ਰੂਰਤ नहीं। वह तो है ही पावन दुनिया के मालिक, ये तो है ही पतित दुनिया, पतित शरीर क्योंकि विष से पैदा होते हैं। बाबा कल पहले मौफिक कहते हैं मैं साधारण तन में प्रवेश करता हूँ, मुझे जरूर अनुभवी रथ चाहिए। कोई अच्छे एक्टर होते हैं तो उनको अच्छा इनाम मिलता है, ये भी बाबा का रथ गाया हुआ है। ब्रह्मा द्वारा स्थापना, ब्रह्मा को बूढ़ा भी दिखाते हैं। प्रजापिता ब्रह्मा विष्णु और शंकर का रूप ही अलग है, ब्रह्मा का रूप बिल्कुल ठीक है, बाप ने ही इनका नाम रखा है। प्रजापिता ब्रह्मा, इसने पूरे 84 जन्म लिए हैं। तुम भी कहेंगे हम सबने पूरे 84 जन्म लिए हैं, तब पहले पहले बाप से मिले हैं। देखो बाबा ने ब्रह्मा का तन क्यों लिया, करके अनुभवी रथ लिया ना, कि जो आत्मा पूरी सतो प्रधान सी, ਚੱਕਰ ਲਾਉਂਦੇ ਤਮੋ ਪ੍ਰਧਾਨ ਹੋ ਗਈ, ਫਿਰ ਉਹਨੇ ਆਪਣੇ ਅੰਦਰ ਗਿਆਨ ਨੂੰ ਕਿੱਦਾਂ ਧਾਰਨ ਕਰਕੇ ਆਪਣੇ ਆਪ ਨੂੰ ਪਿਉਰੀਫਾਈ ਕੀਤਾ। ਫਿਰ ਬ੍ਰਹਮਾ ਬਾਪ ਕੀ ਆ, ਆਪਣੇ ਅੱਗੇ ਐਗਜ਼ਾਮਪਲ ਸੈਂਪਲ ਆ। ਜਦੋਂ ਵੀ ਸ਼ਿਵ ਬਾਬਾ ਗੱਲ ਕਰਦੇ, ਬਾਬਾ ਕੀ ਕਹਿੰਦੇ ਹੁੰਦੇ, ਫੋਲੋ ਬ੍ਰਹਮਾ ਬਾਬਾ, ਕਿ ਜੇ ਬ੍ਰਹਮਾ ਨੇ ਕੀਤਾ ਤੁਸੀਂ ਵੀ ਕਰ ਸਕਦੇ ਆ, ਉਹ ਵੀ ਸਰੀਰ ਧਾਰੀ, ਹੈਨਾ। बाबा कहते हमारी रजाई फिर से स्थापन हो रही है, समझाना भी पड़ता है। हे परम पिता परमात्मा, हे भगवान, तो भगवान जरूर बाप को समझना चाहिए। अच्छा, ओम शांति। हाँ जी रूपी के कंटिन्यू करियो। ओम शांति। तो भगवान जरूर बाप को समझना चाहिए, परंतु मनुष्यों की समझ में नहीं आता है
कि सभी आत्माओं का बाप निराकार है। ਮੈਨੂੰ ਲੱਗਦਾ ਨਹੀਂ ਆਪਾਂ ਸਾਰੇ ਜਿਹੜੇ ਗੁਰਬਾਣੀ ਪੜ੍ਹਦੇ ਆ ਉਹਨਾਂ ਨੂੰ ਕੋਈ ਹੋਊਗਾ ਵੀ ਨਿਰਾਕਾਰ ਨਹੀਂ ਸਾਡਾ ਪਿਤਾ, ਕਿਉਂਕਿ ਆਪਾਂ ਨੂੰ ਗੁਰਬਾਣੀ ਵਿੱਚ ਕਾਫੀ ਕਲੀਅਰ ਆ कि सचखंड वसे निराकार नहीं। पिता है तब तो भक्ति मार्ग में सब याद करते हैं, आत्माओं को सुख मिला था तब दुख में याद करते हैं। तुम भी आधा कल्प बाप को याद करते आए हो। शुरू शुरू में ही सोमनाथ का मंदिर बनता है। कौन बनाते सोमनाथ का मंदिर? द्वापर विच जदों आपां बॉडी कॉन्शियस हो जाते, एकदम इन्ना सुख भोगते भोगते सतयुग त्रेता तो बॉडी कॉन्शियस हुंदे द्वापर युग आउंदा, ते जदों असीं बाहर तो सुख लेना शुरू कर दिंदे ते फिर की आ, जदों बाहरला सुख ते असीं डिपेंडेंट हो जांदे कर्म इंद्रियां दे, ਉਹ ਤਾਂ थोड़ा क्षण बगूर सुख आ, ਉਹਦੇ ਪਿੱਛੇ ਦੁੱਖ ਹੀ ਆ, ਤਾਂ ਥੋੜਾ ਜਿਹਾ ਮੋਰੇ ਇੱਕ ਕੰਧ ਆ ਬਸ ਸੁਖ ਦੀ ਦਿਸਦੀ, ਉਹਦੇ ਪਿੱਛੇ ਦੁੱਖ ਆ। ਦੁਆਪਰ ਕਲਯੁਗ ਹੈ ਹੀ ਸਾਰਾ ਇਦਾਂ। ਫਿਰ ਕੌਣ ਯਾਦ ਆਉਂਦਾ? ਜੋ ਇਸ ਸਮੇਂ ਸਾਨੂੰ ਇੰਨੇ ਸੁੱਖ ਘਨੇਰੇ ਦੇ ਕੇ ਜਾਂਦਾ। ਤੇ ਸਭ ਤੋਂ ਪਹਿਲਾਂ ਜੋ ਸਾਨੂੰ ਸੋਮ ਰਸ ਪਿਲਾ ਕੇ ਇਸ ਵੇਲੇ ਪਿਤਾ ਪਰਮਾਤਮਾ ਜਾਂਦੇ, ਉਹਦਾ ਸੋਮਨਾਥ ਦਾ ਮੰਦਿਰ ਬਣਾਉਂਦੇ ਕਿ ਬਾਬਾ ਦਾ ਜੋ ਹਰ ਨਾਮ ਰੱਖਿਆ ਗਿਆ ਹੈ ਨਾ, ਜੋ ਕਰਕੇ ਗਏ ਆ, ਉਹਦੇ ਆਧਾਰ ਤੇ ਬਾਬਾ ਦਾ ਨਾਮ ਰੱਖਿਆ ਗਿਆ ਹੈ। ਸੋਮਨਾਥ ਦਾ ਮੰਦਿਰ ਜੋ ਇਸ ਵੇਲੇ ਸਾਨੂੰ ਸੋਮ ਰਸ ਪਿਲਾਇਆ। ਆਪਾਂ ਬਣਾਉਂਦੇ ਸਭ ਤੋਂ ਪਹਿਲਾਂ ਆਪਾਂ ਨੂੰ ਯਾਦ ਕਰਦੇ ਆ ਕਿ ਜਿਹੜਾ ਇੰਨਾ ਸੁਖ ਦੇ ਕੇ ਗਿਆ। तो जरूर बाप को ही याद करेंगे। जानते हैं ये बाप का मंदिर है, बाप ने ही वर्षा दिया है, तो पहले पहले मंदिर भी बाप का बना है। तुम अभी बाप के वारिस बने हो, बाप विश्व का रचयिता है, उनसे ही वर्षा मिलता है। बाकी जो भी है उन्होंने क्या किया, हम उनकी पूजा क्यों करते हैं? 84 जन्म वह लेते हैं, परंतु भक्ति भी व्यभिचारी होनी ही है। आधा कल्प के लिए सामग्री चाहिए। ਬਾਬਾ ਨੇ ਕਿੰਨਾ ਕਲੀਅਰ ਕੀਤਾ। ਬਾਬਾ ਕਹਿੰਦੇ ਦੇਖੋ ਬਾਕੀ ਸਾਰਿਆਂ ਦੀ ਪੂਜਾ ਕਾਤੇ ਕਰਦੇ ਆ, ਕਿ ਬਾਪ ਤਾਂ ਉਹਨਾਂ ਦਾ ਵੀ ਉਹੋ ਹੀ ਆ, ਸਾਡਾ ਵੀ ਉਹੋ ਹੀ ਆ। ਉਹਨਾਂ ਨੇ ਇੰਨਾ ਕੀ ਕੀਤਾ? ਆਪਣੀ ਪੂਜਾ ਆ ਕੀਤੀ ਕਰਦੇ ਆ ਅਸੀਂ, ਕਿ ਅਸੀਂ ਜੋ ਸਤਜੁਗ ਤ੍ਰੇਤਾ ਚ ਪਾਰਟ ਪਲੇ ਕੀਤਾ, ਆਪਣੇ ਗੁਣਾ ਸ਼ਕਤੀਆਂ ਦੀ ਪੂਜਾ ਕਰਨ ਲੱਗ ਜਾਂਦੇ। ਬਾਬਾ ਕਹਿੰਦੇ ਫਿਰ 2 ਕਲਪ ਜਿਹੜੀ ਇੱਥੇ ਭਗਤੀ ਕਰਨੀ, ਉਹਦੇ ਲਈ ਸਮਗਰੀ ਵੀ ਤਾਂ ਚਾਹੀਦੀ ਹੈ ਨਾ। ਪਹਿਲਾਂ ਇੱਕ ਦੀ ਭਗਤੀ ਸ਼ੁਰੂ ਕਰਦੇ, ਹੌਲੀ ਹੌਲੀ ਕੀ ਆ ਆਪਣੇ ਗੁਣਾ ਸ਼ਕਤੀਆਂ ਨੂੰ ਮਿਸ ਕਰਦੇ, ਫਿਰ ਆਪਣੇ ਗੁਣਾ ਸ਼ਕਤੀਆਂ ਦੇ ਮੂਰਤੀਆਂ ਬਣਾ ਕੇ ਪੂਜਾ ਕਰਨੀ ਸ਼ੁਰੂ ਕਰ ਦਿੰਦੇ। सतयुग त्रेता में सामग्री की दरकार नहीं होती, ये सब बुद्धि में धारण करना है। वास्तव में कुछ भी लिखने की दरकार नहीं है, कि सारी समझ दी गल है ना, किद्दां असीं अपने मन की अवस्था साडी किद्दां किद्दां थल्ले नूं जांदी, ते किद्दां किद्दां असीं होर चीज़ां दे नाल इत्थे देह दी दुनिया दे नाल अटैच हुंदे जांदे, अपनी सैल्फ तो दूर हुंदे जांदे। ये सारी कहानियां बाबा कहंदे कोई लिखण दी ते गल नहीं, की आ साडी सारी अंदरली अपनी कहानी है। वास्तव में कुछ भी लिखने की दरकार नहीं है, अगर सालवेंट बुद्धि है तो झट धारणा हो जाती है। बाकी किसको सुनाने लिए नोट्स लेते हैं, किताबें आदि रखने की जरूरत नहीं। हमारी किताब पिछाड़ी में कौन पढ़ेगा, औरों के शास्त्र तो पिछाड़ी में चले आते हैं। जो भी ग्रंथ शास्त्र बनते आ उस तो बाद तो हले चलना हुंदा, द्वापर च कलयुग च जो भी बनते आ ना। हुण की आ संगम युग तो बाद तो फिर सृष्टि परिवर्तन होनी आ, ਤੇ ਬਾਬਾ ਕਹਿੰਦੇ ਹੁਣ ਜੇ ਤੁਹਾਡੇ ਇਸ ਗਿਆਨ ਦੇ ਸ਼ਾਸਤਰ ਬਣਾ ਵੀ ਲਈਏ, ਪੜੂਗਾ ਕੌਣ? ਸ੍ਰਿਸ਼ਟੀ ਤਾਂ ਪਰਿਵਰਤਨ ਹੋ ਜਾਣੀ ਆ। ਸੋ ਇਹ ਗਿਆਨ ਅਸੀਂ ਆਪਣੇ ਸੰਸਕਾਰਾਂ 'ਚ ਭਰ ਕੇ ਲੈ ਜਾਣਾ। पढ़ने वाले हैं, तुमको तो पढ़ना ही नहीं है, प्रलब्ध मिल गई। आधा कल्प तो शास्त्र आदि की कोई बात नहीं, ये ज्ञान प्रायलोप हो जाता है, शास्त्र सब खत्म हो जाते हैं। पहले सबको ये समझाओ कि तुमको 2 बाप है, जिस्मानी बाप तो है, वह भी उस बाप को याद करते हैं। गाया जाता है ना, दुख में सिमरन सब करे, सुख में करे न कोई, जे सुख में सिमरन करे तो दुख काहे को होए। ये भारत की बात है, बाप भी भारत में आते हैं, शिव जयंती आती है। तुम कहेंगे हम अपने बाप को फलाना जन्म मना रहे हैं, भल पूछें ब्रह्म कुमार कुमारियां हैं तो जरूर बाप आया होगा। ये है शिव का ज्ञान यज्ञ, तो ब्राह्मण जरूर चाहिए। ब्रह्मा कहाँ से आया? ब्रह्मा को अडॉप्ट किया, फिर बच्चे पैदा होते हैं तो भी इनके मुख कमल से रचते हैं। पहले सबको बाप का परिचय देना है। निराकार पिता आके
ਸਧਾਰਨ ਤਨ ਦਾ ਆਧਾਰ ਲੈਂਦੇ, ਉਸ ਨੂੰ ਸਾਰੇ ਬ੍ਰਹਮਣ ਦਾ ਗਿਆਨ ਦਿੰਦੇ, ਉਹਦਾ ਨਾਂ ਕੀ ਰੱਖਦੇ? ਬ੍ਰਹਮਾ। ਫਿਰ ਉਸ ਦੁਆਰਾ ਅਸੀਂ ਸਾਰੇ ਬੱਚਿਆਂ ਨੂੰ ਗਿਆਨ ਮਿਲਦਾ ਤੇ ਅਸੀਂ ਕੌਣ ਬਣ ਜਾਂਦੇ? ਬ੍ਰਹਮਾ ਕੁਮਾਰ, ਬ੍ਰਹਮਾ ਕੁਮਾਰੀਆਂ, ਬ੍ਰਾਹਮਣ, ਜੋ ਆਪਾਂ ਗੁਰਬਾਣੀ ਚ ਪੜ੍ਹਦੇ ਬ੍ਰਹਮ ਗਿਆਨੀ, ਕਿ ਬ੍ਰਹਮ ਦਾ ਗਿਆਨ ਹੋ ਜਾਣਾ। अच्छा, मीठे मीठे सिकिलदे बच्चों प्रति माता पिता बाप दादा का याद प्यार और गुड मॉर्निंग। रूहानी बाप की रूहानी बच्चों को नमस्ते। हम रूहानी बच्चों की रूहानी माता पिता बाप दादा को याद प्यार, गुड मॉर्निंग और नमस्ते। नमस्ते बाबा, थैंक यू बाबा। ਆਪਾਂ ਸਾਰਿਆਂ ਨੇ ਮਿਲ ਕੇ ਭੋਗ ਲਾਉਣਾ ਬਾਬਾ ਨੂੰ। ਤੇ ਜੇ ਤੁਸੀਂ ਥਾਲੀ ਰੈਡੀ ਕਰਨੀ ਆ, ਜਦ ਤੱਕ ਮੈਂ ਪੜ੍ਹਦੀ ਹਾਂ ਧਾਰਨਾ ਦੇ ਪੁਆਇੰਟ, ਤੁਸੀਂ ਆਪਣੀ थाली रेडी कर सकते। नंबर 1, सवेरे सवेरे उठकर बाप को प्यार से याद करने की आदत पक्की डालनी है। कम से कम 3-4 बजे जरूर उठना है। ਜਦੋਂ ਆਪਾਂ ਅੰਮ੍ਰਿਤ ਵੇਲੇ ਉੱਠਦੇ ਆਂ ਤੇ ਆਪਣਾ ਇਹ ਲਾਈਫ ਸਟਾਈਲ ਹੀ ਬਣ ਜਾਂਦਾ ਕਿ ਹੁਣ ਜੇ ਸਾਨੂੰ ਕੋਈ ਕਵੇ ਇੰਨੀ ਅਰਲੀ, ਤਾਂ ਅਸੀਂ ਕਹਾਂਗੇ ਇਹ ਸਾਨੂੰ ਅਰਲੀ ਲੱਗਦਾ ਹੀ ਨਹੀਂ, ਕਿ ਸਾਨੂੰ ਕੋਈ ਔਖਾ ਲੱਗਦਾ ਹੀ ਨਹੀਂ। ਇਹ ਸਾਡਾ ਇੱਕ ਲਾਈਫ ਸਟਾਈਲ ਬਣ ਜਾਂਦਾ। ਹੁਣ ਜਦੋਂ ਬਾਬਾ ਮੁਰਲੀ ਵਿੱਚ ਵੀ ਕਹਿੰਦੇ ਆ ਕਿ ਕਿੱਦਾਂ ਬਾਬਾ ਨੇ ਸਾਡੀ ਬੁੱਧੀ ਨੂੰ ਕਿੱਦਾਂ ਕਿੱਦਾਂ ਜਦੋਂ ਸੁੱਖ ਮਿਲਦਾ ਜਾਂਦਾ, ਬਾਬਾ ਦੇ ਪਿਆਰ ਦਾ ਰਸ ਆਉਂਦਾ ਜਾਂਦਾ, ਸਮੇਂ ਦੀ ਵੈਲਿਊ ਆ, ਪਿਤਾ ਪਰਮਾਤਮਾ ਦੇ ਆਏ ਦੀ ਵੈਲਿਊ ਆ, ਜਦੋਂ ਇਹ ਆਤਮਾ ਅੰਦਰ ਰੀਅਲਾਈਜ਼ ਕਰ ਲੈਂਦੀ ਆ ਤੇ ਕੀ ਆ, ਅਸੀਂ ਸਮਝ ਆ ਗਏ ਅੰਦਰ, ਆਤਮਾ ਨੂੰ ਸਮਝ ਆ ਗਈ ਆਪਣੀਆਂ ਪ੍ਰਾਪਤੀਆਂ ਦੀ। ਫਿਰ ਕੀ ਆ, ਫਿਰ ਸਾਨੂੰ ਲੱਗਦਾ ਇਹੀ ਸਮਾਂ ਤਾਂ ਜਿਹੜਾ ਅਸਲੀ ਆ, ਬਾਕੀ ਸਾਰਾ ਦਿਨ ਤਾਂ ਜਾਗੇ ਤਾਂ ਫਿਰ ਉਹ ਤਾਂ ਜਾਗਣਾ ਹੀ ਆ, ਇਹ ਤਾਂ ਪਰਮਾਤਮਾ ਦੇ ਮਿਲਣ ਦਾ, ਉਹਦੇ ਸੁੱਖ ਲੈਣ ਦਾ ਸਮਾਂ ਆ। नंबर 2, बेहद बाप से सच्चा लव रखना है, श्रीमत पर चल पूरा वर्षा लेना है। वरदान, कंपेनियन के साथ द्वारा सदा मनोरंजन का अनुभव करने वाले कंबाइंड रूपधारी भव। जब भी अकेलापन का अनुभव हो तो उस समय बिंदु रूप को याद नहीं करो। तो ਆਪਾਂ ਕੀ ਕਹਿੰਨੇ, ਮੇਰਾ ਪਰਮਾਤਮਾ ਬਿੰਦੂ, ਮੈਂ ਆਤਮਾ ਬਿੰਦੂ, ਤੇ ਅਸੀਂ ਉਸ ਦੇ ਨਾਲ ਕੰਬਾਈਂਡ ਸਰੂਪ ਵਿੱਚ ਰਹਿ ਕੇ ਪਾਰਟ ਪਲੇ ਕਰਦੇ। ਅੱਜ ਬਾਬਾ ਨੇ ਕੀ ਕਿਹਾ, वह मुश्किल होगा, उससे बोर हो जाएंगे, उस समय अपने रमणीक अनुभवों की कहानी को स्मृति में लाओ, अपने सम्मान की प्राप्तियों की लिस्ट सामने लाओ, सिर्फ दिमाग से याद नहीं करो लेकिन दिल से कंपेनियन के साथ कंबाइंड बन सर्व संबंधों के स्नेह का रस अनुभव करो। यही मनमना भाव है और ये मनमना भाव होना ही मनोरंजन है। ਜਦੋਂ ਆਪਾਂ ਬਾਬਾ ਦੇ ਬਣ ਗਏ, ਪਰਿਚੈ ਮਿਲ ਗਿਆ ਆਪਣਾ, ਸਾਡਾ ਅਸਲੀ ਵਿੱਚ ਕੌਣ ਆ, ਸਾਨੂੰ ਉਹ ਮਿਲ ਗਿਆ, ਫਿਰ ਕੀ ਆ, ਅਸੀਂ ਕਦੀ ਇਕੱਲੇ ਫੀਲ ਕਰ ਨਹੀਂ ਸਕਦੇ। ਪਰ ਬਾਬਾ ਕੀ ਕਹਿੰਦੇ, ਕਿਉਂਕਿ ਅਸੀਂ ਸਰੀਰਾਂ ਵਿੱਚ ਆ, ਸਾਨੂੰ ਸਰੀਰਾਂ ਵਿੱਚ ਦੂਜੇ ਨੂੰ ਦੇਖਣ ਦੀ ਆਦਤ ਆ, ਤੇ ਬਾਬਾ ਕਹਿੰਦੇ ਫਿਰ ਕੀ ਆ, ਫਿਰ ਬਾਬਾ ਨੂੰ ਜਦੋਂ ਕਈ ਵਾਰ ਬੋਰ ਹੋ ਜਾਂਦੇ, ਉਹਨੂੰ ਬਿੰਦੂ ਰੂਪ ਚ ਯਾਦ ਨਹੀਂ ਕਰੋ। ਫਿਰ ਕੀ ਆ, ਉਤੋਂ ਕੀ ਸਾਨੂੰ ਪ੍ਰਾਪਤੀਆਂ ਹੋ ਰਹੀਆਂ, ਉਤੋਂ ਕੀ ਸੁੱਖ ਮਿਲ ਰਿਹਾ, ਤੇ ਉਹਨੂੰ ਦੇਖੋ, ਉਹ ਸਾਡੇ ਨਾਲ ਹੀ ਆ, ਜੋ ਉਹਦੀਆਂ ਸੁੱਖ, ਉਹਦੀਆਂ ਪ੍ਰਾਪਤੀਆਂ ਸਾਨੂੰ ਹੋਈਆਂ, ਉਹਨਾਂ ਨੂੰ ਯਾਦ ਕਰਦੇ ਕਰਦੇ ਕੀ ਆ, ਇਹ ਮਨ ਮਨਾ ਭਵਿਆ, ਕਿ ਉਹਦੀ ਯਾਦ ਹੋ ਗਈ ਨਾ, ਜੋ ਉਹ ਤੋਂ ਮਿਲਦਾ ਆ, ਜਦੋਂ ਆਪਾਂ ਉਸ ਚੀਜ਼ ਨੂੰ ਯਾਦ ਕਰਦੇ ਆ, ਉਹਦੀ ਯਾਦ ਆ। ਤੇ ਏਦਾਂ ਬਾਬਾ ਕਹਿੰਦੇ ਕਰਦੇ ਕਰਦੇ ਯਾਦ ਵੀ ਕੀ ਆ, ਮਨੋਰੰਜਨ ਵਾਲੀ ਹੋ ਜਾਊਗੀ, ਕਿ ਬੋਰ ਨਹੀਂ ਹੋਣਗੇ, ਅਸੀਂ ਉਹਨੂੰ ਹਰ ਸੰਬੰਧ ਨਾਲ ਆਪਣੇ ਨਾਲ ਫੀਲ ਕਰੂੰਗੇ ਕਿ ਬਾਬਾ ਤੋਂ ਹਰ ਪ੍ਰਕਾਰ ਦਾ ਸਾਨੂੰ ਸੁੱਖ ਮਿਲ ਰਿਹਾ। ਤਾਂ ਹੀ ਤਾਂ ਆਪਾਂ ਅੰਮ੍ਰਿਤ ਵੇਲੇ ਵੀ ਉੱਠਦੇ, ਬਾਬਾ ਕਹਿੰਦੇ 3 ਵਜੇ ਉੱਠੋ, 4 ਵਜੇ ਉੱਠੋ। ਜਦੋਂ ਆਪਾਂ ਨੂੰ ਪ੍ਰਾਪਤੀਆਂ ਹੁੰਦੀਆਂ, ਸੁੱਖ ਮਿਲਦਾ, ਉਹ ਸੁੱਖ ਦਾ ਜਿਹੜਾ ਅਨੁਭਵ ਆ, ਉਹ ਦਿਨ ਵਿੱਚ ਵੀ ਆਪਾਂ ਬਾਰ-ਬਾਰ ਆਪਣੀ ਸਮ੍ਰਿਤੀ ਵਿੱਚ ਲਿਆਉਂਦੇ, ਕਿਉਂਕਿ ਜਦੋਂ ਮਾਈਂਡ ਫਰੈਸ਼ ਆ, ਜੋ ਉਹਦੇ ਵਿੱਚ ਇੱਕ ਵਾਰ ਫੀਡ ਕਰ ਲਿਆ, ਫਿਰ ਉਹ ਦਿਨ ਵਿੱਚ ਵੀ ਸਾਨੂੰ ਉਹਦੀ ਸਮ੍ਰਿਤੀ ਰਹਿੰਦੀ। ਤੇ ਜਦੋਂ ਉਹ ਸਮ੍ਰਿਤੀ ਸਾਨੂੰ ਦਿਨ ਵਿੱਚ ਵੀ ਰਹਿੰਦੀ, ਕਿ ਕਿੰਨਾ ਸੁੱਖ ਮਿਲਦਾ ਪਰਮਾਤਮਾ ਦੇ ਪਿਆਰ ਨਾਲ, ਆਤਮਾ ਬੰਧਨਾਂ ਤੋਂ ਮੁਕਤ ਹੋਏ, ਕਿ ਕਿੰਨੀਆਂ ਸਾਡੇ ਵਿੱਚ ਤਾਕਤ ਭਰੀ, ਜਿਉਂ ਤੋਂ ਗਿਆਨ ਵਿੱਚ ਆਏ, ਦਿਨ ਬਾਏ ਦਿਨ ਸਾਡੇ ਵਿੱਚ ਤਾਕਤ ਭਰਦੀ ਜਾਂਦੀ, ਬੈਟਰੀ ਚਾਰਜ ਹੁੰਦੀ ਜਾਂਦੀ, ਸਾਡੀ ਚੜ੍ਹਦੀ ਕਲਾ ਹੋ ਰਹੀ ਆ। ਤੇ ਫਿਰ ਦੂਜੇ ਪਾਸੇ ਸੋਚ ਕੇ ਦੇਖੋ, ਜੇ ਸਾਨੂੰ ਗਿਆਨ ਨਾ ਮਿਲਿਆ ਹੁੰਦਾ, ਫਿਰ ਜੀਵਨ ਕਿੱਦਾਂ ਦਾ ਹੁੰਦਾ, ਕਿੱਦਾਂ ਵਿਅਰਥ ਸਾਡਾ ਸਮਾਂ ਜਾਂਦਾ, ਵਿਅਰਥ ਸੰਕਲਪ ਜਾਂਦੇ, ਕਿ ਸੰਸਾਰ ਵਿੱਚ ਜੋ ਵੀ ਇਸ ਵੇਲੇ ਆ, ਬਾਬਾ ਨੇ ਉਸ ਦਿਨ ਕਿਹਾ, ਮੈਨੂੰ ਬਹੁਤ ਬਾਬਾ ਦਾ ਪਸੰਦ ਆਉਂਦੀਆਂ ਏਦਾਂ ਦੀਆਂ ਚੀਜ਼ਾਂ। ਬਾਬਾ ਕਹਿੰਦੇ ਕਲਯੁਗ ਵਿੱਚ ਰੌਣਕ ਬਹੁਤ ਆ, ਪਰ ਉਹ ਰੌਣਕ ਵਿੱਚ ਕੀ ਆ, ਧੋਖਾ ਆ। ਧੋਖਾ ਕੀ ਆ, ਕਿ ਸਾਡੀ ਬੈਟਰੀ ਡਿਸਚਾਰਜ ਹੀ ਹੋ ਰਹੀ, ਅਸੀਂ ਆਪਣੀ એનર્ਜੀ ਦੇ ਹੀ ਰਹੇ ਹਾਂ, ਤੇ ਅਸੀਂ ਜੋ ਵੀ ਅਸੀਂ ਬਾਹਰ ਤੋਂ, ਜੇ ਬਾਹਰਲੇ ਮਨੋਰੰਜਨ ਵਿੱਚ ਬੋਡੀ ਕੌਨਸ਼ੀਅਸ ਹੋ ਕੇ ਉਹ ਮਨੋਰੰਜਨ ਕਰਾਂਗੇ ਨਾ, ਉਹਦੇ ਵਿੱਚ ਕੀ ਆ, ਬੋਝ ਚੜ ਰਿਹਾ ਹੋਰ ਸਾਡੇ ਤੇ ਬਾਬਾ ਦੀ ਯਾਦ ਵਿੱਚ ਕੀ ਆ,
ਬੋਝ ਉਤਰ ਰਿਹਾ। ਤਾਂ ਕਰਕੇ ਅਸੀਂ ਭਾਵੇਂ ਸਭ ਕੁਝ ਕਰਦੇ ਸੰਸਾਰ 'ਚ, ਪਰ ਅਸੀਂ ਪਰਮਾਤਮਾ ਦੇ ਨਾਲ ਕਰਦੇ। ਸਾਡਾ ਅੰਦਰਲਾ ਮਨੋਰੰਜਨ ਆਪਣੇ ਪਿਤਾ ਪਰਮਾਤਮਾ ਦੇ ਨਾਲ ਆ, ਕਿਉਂਕਿ ਉਹ ਹੈਗਾ ਸਥਾਈ ਸੱਚਾ ਸੁਖ, ਸੱਚੀ ਪ੍ਰਾਪਤੀ। ਬਾਹਰਲੀ ਭਾਵੇਂ ਛਣ ਬਗੂਰ ਲਈ ਉਹ ਦੁਨੀਆ ਸੋਹਣੀ ਲੱਗਦੀ, ਆਕਰਸ਼ਣ ਦੀ, ਖਾਣਾ ਪੀਣਾ, ਘੁੰਮਣਾ ਫਿਰਨਾ, ਦੇਖਣਾ, ਮੁਖ ਦੇ ਰਸ, ਮਨ ਦੇ ਰਸ, ਬੋਲਣ ਦੇ ਰਸ, ਪਰ ਉਹਦੇ ਵਿੱਚ ਕੀ ਆ? ਧੋਖਾ ਆ। ਕੌਣ ਕਿਹਨੂੰ ਠੱਗ ਰਿਹਾ? ਅਸੀਂ ਖੁਦ ਨੂੰ ਠੱਗ ਰਹੇ। ਇੱਥੇ ਬਾਹਰੋਂ ਕੋਈ ਸਾਨੂੰ 1 ਪੈਸੇ ਦਾ ਵੀ ਧੋਖਾ ਕਰ ਜਾਵੇ, ਅਸੀਂ ਕਹਿੰਦੇ ਇੰਨੇ ਮੇਰੇ ਨਾਲ ਗਲਤ ਕੀਤਾ। ਜੋ ਅਸੀਂ ਆਪਣੇ ਖੁਦ ਨਾਲ ਹਰ ਸਮੇਂ ਗਲਤ ਕਰ ਰਹੇ ਹਾਂ, ਉਹ ਤਾਂ ਅਸੀਂ ਆਪਣੇ ਆਪ ਨੂੰ ਬਹੁਤ ਜ਼ਿਆਦਾ ਘਾਟਾ ਪਾਉਂਦੇ ਹਾਂ। ਤੇ ਅਸੀਂ ਕਈ ਵਾਰ ਬਾਬਾ ਕਹਿੰਦੇ ਹੁੰਦੇ ਖੁਦ ਤੋਂ ਹੀ ਖੁਦ ਨੂੰ ਬਚਾਉਣਾ ਆ, ਕਿ ਆਪਣੇ ਨੂੰ ਸੰਸਕਾਰ ਧੋਖਾ ਨਾ ਦੇਣ। स्लोगन, बाप की श्रीमत पर मान जी हाजिर करते रहो तो सर्व शक्तियां का अधिकार मिल जाएगा। बाप की श्रीमत अनुसार जी हाजिर, कि बाबा जो भी कहते, बाबा कहते बच्चे अमृत वेले उठो, असी की कहने जी हजूर जी हाजिर। अमृत वेले उठ के असी की कहने बाबा गुड मॉर्निंग, असी तुहाडे याद विच बैठ के अपना सोहना समा लगाउणा, असी हाजिर हां। कोई भी काम हुंदा, कोई भी सेवा आ, बाबा कहते कुछ भी अपने विच परिवर्तन करन नूं कहने, आपां की कहने जी हजूर जी हाजिर। ते बाबा कहते फिर मेरियां सारियां शक्तियां तुहाडे लई आ, कि जदों बाबा दी याद विच रहने, बाबा दीयां शिक्षावां ते चलदे, श्रीमत नूं फॉलो करदे। बाबा दी श्रीमत की आ? सानूं विच बैटरी साडी चार्ज करदी, साडे च गुण शक्तियां भरदी बाबा दी श्रीमत। एक बाबा दी मत आ जिहड़ी साडी चार्जिंग करदी, बाकी जो भी इत्थे मन मत परमत है, वो की आ? साडी बैटरी नूं डिस्चार्ज कर रही है। पर मन नूं आदत की पई आ? परमत मन मत च घुमण दी। तां करके साडा राज जो की आ? अपने मन बुद्धि नूं एकाग्र करके अपने कर्म इंद्रियां दा राजा बनना, मन नूं जितना, अपने विकारां नूं जितना, मन जीत माया जीत बनना। अच्छा, ओम शांति। कुछ देर साइलेंस विच आपां पूरी मुरली नूं ऑब्जर्व कर लेंदे। ਹੁਣ ਆਪਾਂ ਬਹੁਤ ਪਿਆਰ ਦੇ ਨਾਲ ਬਾਬਾ ਨੂੰ ਭੋਗ ਸਵੀਕਾਰ ਕਰਵਾਉਂਦੇ। ਤੁਸੀਂ ਸਾਰੇ ਵੀ ਜੇ ਚਾਹੋ ਆਪਣੀ ਵੀਡੀਓ ਔਨ ਕਰ ਸਕਦੇ। ਤੁਹਾਨੂੰ ਸਾਰਿਆਂ ਨੂੰ ਵਿਧੀ ਤਾਂ ਪਤਾ ਨਾ, ਬਾਬਾ ਨਾਲ ਜਾ ਕੇ ਆਪਣੇ ਦਿਲ ਦੀ ਰੂਹ ਰਿਹਾਨ ਕਰਨੀ ਹੈ ਨਾ, ਬਾਬਾ ਤੋਂ ਵਰਦਾਨ ਲੈਣਾ। ਬਾਬਾ ਦੇ ਕੋਲ ਆਪਣੇ ਫੈਮਿਲੀ ਮੈਂਬਰਸ ਨੂੰ ਬਿਠਾਓ, ਬਾਬਾ ਦਾ ਵਰਦਾਨੀ ਹੱਥ ਉਹਨਾਂ ਦੇ ਸਿਰ ਤੇ ਦੇਖੋ ਤੇ ਬਾਬਾ ਨੂੰ ਕਹੋ ਜੇ ਅੰਮ੍ਰਿਤ ਵੇਲਾ ਨਹੀਂ ਹੁੰਦਾ, ਬਾਬਾ ਸਾਡਾ ਅੰਮ੍ਰਿਤ ਵੇਲਾ ਕਰਾਓ। ਜੋ ਵੀ ਆ ਤੁਹਾਨੂੰ ਬਾਬਾ ਤੋਂ ਲੈਣਾ, ਬਾਬਾ ਤੋਂ ਵਰਦਾਨ ਲਓ, ਤੇ ਜੋ ਵੀ ਬਾਬਾ ਨੂੰ ਦੇਣਾ ਆਪਣੇ ਪੁਰਾਣੇ ਸੁਭਾਅ ਸੰਸਕਾਰ ਬਾਬਾ ਨੂੰ ਦੇ ਦਿਓ।